एकता टीवी विच आप जी का स्वागत है। जो तस्वीर देख रहे हो पिंड कोट कलां दियां ने, जिथे अज पावर इन एजुकेशन ऑर्गेनाइजेशन रजिस्टर्ड USA वालों पिंड कोट कलां विखे खोली गई लाइब्रेरी लई भारत रतन बाबा साहब अंबेडकर जी के 21 वॉल्यूम भेंट किए गए। इस मौके संस्था के आगुआं वालों स्कूली बच्चों को स्टेशनरी भी वंडी की। इस मौके संस्था के ਵੱਖ-ਵੱਖ आगुआं ने पिंड वासियों को संबोधन किए और कहा कि तुसीं अपने बच्चों को पढ़ाओ, उन्होंने जिन्ना खर्चा असीं करांगे। आओ सुनते हैं की कहना है इन्हां दा। अंबेडकर जी नूं, ज्योतिबा फुले जी नूं, पेरियर राधा स्वामी जी उन्हां नूं जिहड़े साडे महापुरुष होए आ, असीं उन्हां नूं भुल जांगे तां साडी उत्थे एजुकेशन जीरो है ते मैं उन्हां दी एजुकेशन भी जीरो मानदी हां, जिहड़े डिग्रियां लैके जॉब लैके अपने घरां दे विच जिहड़े दरवाजे बंद करके बैठे। तो सानूं अज दी की लोड़ है? तुहाडे हक्कां दे डाके वज रहे ने, तुहाडे जिहड़े औरतां दे नाल जबर जनाह हो रहे ने, दलित कहना नहीं चाहिए पर दलित औरतां दे नाल हो रहे ने। सो सानूं उत्थे की है, सानूं एजुकेशन किहड़ी एजुकेशन जिहड़ी साडे महापुरुषां ने कहा सी एजुकेशन, नो डाउट कि असीं स्कूलां वाली एजुकेशन भी करनी आ, ਉਹਦੇ ਨਾਲ ਪੈਰਲਲੀ ਆਪਣੇ ਬੱਚਿਆਂ ਨੂੰ ਇਹ ਐਜੂਕੇਸ਼ਨ ਵੀ ਦੇਣੀ ਹੈ ਕਿ ਸਾਡਾ ਇਤਿਹਾਸ ਕੀ ਆ, ਕਿ ਸਾਡੇ ਜਿਹੜੇ ਮਹਾਪੁਰਸ਼ ਆ ਕਿੱਥੋਂ ਨਿਕਲ ਕੇ ਆਏ ਆ। ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਜਿਹੜਾ ਆ ਮਤਲਬ ਤੁਸੀਂ ਸੋਚਾਂ ਦੇ ਵਿੱਚ ਪੈ ਸਕਦੇ ਕਿ ਕਿੰਨੇ ਤਸੀਹੇ ਚੱਲ ਕੇ ਅਸੀਂ ਜਿਹੜਾ ਇੱਥੇ ਤੱਕ ਪਹੁੰਚੇ ਆ। ਚਾਹੇ ਅੱਜ ਸਾਡੀ ਵੀ ਆਰਗੇਨਾਈਜੇਸ਼ਨ ਆ, ਕਈ ਆਰਗੇਨਾਈਜੇਸ਼ਨ ਦੇ ਵਿੱਚ ਜਦੋਂ ਕੋਈ ਡਿਸਕਸ਼ਨ ਹੁੰਦੀ ਆ ਕਿ ਮੀਟਿੰਗ ਕਿੱਥੇ ਰੱਖਣੀ ਇੱਥੇ ਰੱਖਣੀ, ਉਹ ਸਾਨੂੰ ਹੁੰਦਾ ਕਿ ਨੇੜੇ ਰੱਖੋ, ਸਾਨੂੰ ਸੂਟੇਬਲ ਹੋਵੇ। मैं हुण भी बेनती करती सारिਆਂ ਨੂੰ कि ਅਸੀਂ साडा परपज़ आ कि ਅਸੀਂ घरां ਤੋਂ निकल गए हैं तो मतलब ਅਸੀਂ काम करना, चाहे वो जिथे मर्जी होवे ਅਸੀਂ पहुँचना। साडा ये जरूर होना चाहिए कि ਅਸੀਂ ਬੱਚਿਆਂ ਦੇ ਵਿੱਚ ਉਹ ਬਰੂਦ ਭਰੀਏ कि ਅਸੀਂ ਆਪਣੇ ਰਹਿਬਰਾਂ ਦੀ ਜਿਹੜੀ सोच है वो ਅਸੀਂ घर घर तक ਲੈ ਕੇ ਜਾਈਏ। ਤੇ अंत ਦੇ ਵਿੱਚ ਮੈਨੂੰ 5 ਮਿੰਟ ਦਾ ਹੀ ਸਮਾਂ ਮਿਲਿਆ ਸੀ ਤੇ अंत ਦੇ ਵਿੱਚ ਫਿਰ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ कि पावर इन एजुकेशन ਜਿਹੜੀ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਐਜੂਕੇਸ਼ਨ ਨੂੰ ਜਿਹੜਾ ਅਸੀਂ ਪ੍ਰਮੋਟ ਕਰਨਾ ਹੈਗਾ ਤੇ ਕਿੱਦਾਂ ਦੀ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਹੈ। ਤੇ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਲਾਇਬ੍ਰੇਰੀ ਦੇ ਵਿੱਚ ਭੇਜੋ ਤਾਂ ਕਿ ਉਹ ਜਿਹੜੇ ਇਤਿਹਾਸ ਦੇ ਨਾਲ ਜੁੜ ਸਕਣ। ਕਿ ਕਹਿੰਦੇ ਜਿਹੜੇ ਆਪਣੇ ਇਤਿਹਾਸ ਭੁੱਲ ਜਾਂਦਾ ਆ ਉਹ ਨਵਾਂ ਇਤਿਹਾਸ ਨਹੀਂ ਬਣਾ ਸਕਦਾ ਤੇ ਉਹ ਫਿਰ ਤੋਂ ਜਿਹੜਾ ਹੈਗਾ ਆ ਉਹਦੇ ਹੱਕਾਂ ਦੇ ਡਾਕੇ ਪੈਣੇ ਸ਼ੁਰੂ ਹੋ ਜਾਂਦੇ ਆ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੈ ਹੀ ਰਹੇ ਆ ਤੁਹਾਡੇ ਹੱਕਾਂ ਦੇ ਡਾਕੇ। ਤੇ ਇੱਥੇ ਇੱਕ ਗੱਲ ਐਜੂਕੇਸ਼ਨ ਦੇ ਨਾਲ ਸੰਬੰਧਿਤ ਤਾਂ ਨਹੀਂ ਹੈਗੀ ਪਰ ਮੈਂ ਇੱਥੇ ਕਰਨੀ ਜ਼ਰੂਰ ਚਾਹੁੰਦੀ ਹਾਂ। ਕਰਨੀ ਮੈਂ ਚਾਹੁੰਦੀ ਹਾਂ ਕਿ ਅਸੀਂ ਕੋਈ ਵੀ ਕੰਮ ਹੁੰਦਾ ਅਸੀਂ ਪਿੱਛੇ ਕਿਉਂ ਆਓ, ਅਸੀਂ ਪਿੱਛੇ ਕਿਉਂ ਰਹਿੰਦੇ ਹਾਂ ਹਰ ਵਾਰ? ਅਸੀਂ ਇਸ ਕਰਕੇ ਪਿੱਛੇ ਰਹਿੰਦੇ ਹਾਂ ਕਿਉਂਕਿ ਜਿਹੜੀ ਵੀ ਗੱਲ ਅਸੀਂ ਰੱਬ 'ਤੇ ਛੱਡ ਦਿੰਦੇ ਹਾਂ ਕਿ ਜੋ ਕਰਨਾ ਰੱਬ ਨੇ ਕਰਨਾ। ਚਾਹੇ ਕਿਸੇ ਦਾ ਐਕਸੀਡੈਂਟ ਹੋ ਜਾਂਦਾ, ਚਾਹੇ ਕੋਈ ਉਹਦੇ ਨਾਲ ਜਿਹੜਾ ਆ ਸਰਕਾਰੀ ਅਦਾਰਿਆਂ ਦੇ ਵਿੱਚ ਉਹਦੇ ਨਾਲ ਗਲਤ ਸਲੂਕੀ ਕੀਤੀ ਜਾਂਦੀ, ਉਹਦਾ ਸਿਰਫ ਅਸੀਂ ਕੀ ਨਿਚੋੜ ਕੱਢਦੇ ਹਾਂ? ਨਿਚੋੜ ਇਹ ਕੱਢਦੇ ਹਾਂ ਜੇ ਇਹਦੀ ਲਿਖੀ ਵਿੱਚ ਇੱਦਾਂ ਆ, ਇਹਦੇ ਨਾਲ ਹੀ ਹੋਣਾ ਹੀ ਆ। ਉੱਥੇ ਕੀ ਆ ਕਿ ਸਿਸਟਮ ਗੰਦਾ ਹੈ। ਸਿਸਟਮ ਜਿਹੜਾ ਸਿਸਟਮ ਹੁਣ ਤੁਸੀਂ ਦੇਖੋ ਕਿ ਮੋਦੀ ਨੇ ਸਿਸਟਮ ਕਿੱਦਾਂ ਦਾ ਬਣਾਇਆ, ਉਹ ਸਿਸਟਮ ਗੰਦਾ, ਅਸੀਂ ਸਿਸਟਮ ਨੂੰ ਬਦਲਣਾ। ਰੱਬ ਇਜ਼ ਇਕੁਅਲਸ ਟੂ ਸਿਸਟਮ। ਜੇ ਸਿਸਟਮ ਵਧੀਆ ਤਾਂ ਰੱਬ ਵਧੀਆ, ਜੇ ਸਿਸਟਮ ਗੰਦਾ ਤਾਂ ਰੱਬ ਵੀ ਗੰਦਾ। ਸੋ ਇਹਨਾਂ ਚੀਜ਼ਾਂ ਚੋਂ ਬਾਹਰ ਆ ਕੇ ਅਸੀਂ ਪਖੰਡਵਾਦ ਤੋਂ ਬਾਹਰ ਆ ਕੇ ਅਸੀਂ ਜਿਹੜਾ ਐਜੂਕੇਸ਼ਨ ਨਾਲ ਜੁੜੀਏ ਤਾਂ ਹੀ ਸਾਡੇ ਬੱਚੇ ਜਿਹੜੇ ਆ ਇੱਕ ਵਧੀਆ ਭਵਿੱਖ ਜਿਹੜਾ ਜੀ ਸਕਦੇ ਆ, ਵਧੀਆ ਜ਼ਿੰਦਗੀ ਦਾ ਆਨੰਦ ਲੈ ਸਕਦੇ ਆ। ਸੋ ਇਹਨਾਂ ਗੱਲਾਂ ਦੇ ਨਾਲ ਸਾਰਿਆਂ ਦਾ ਸਪੈਸ਼ਲੀ ਐਡਵੋਕੇਟ ਰਿਧੀ ਬੰਗਾ ਜੀ ਤੇ ਉਹਨਾਂ ਦੀ ਪੂਰੀ ਫੈਮਿਲੀ ਦਾ ਬਹੁਤ ਬਹੁਤ ਧੰਨਵਾਦ ਹੈ। ਤੇ ਉਸ ਤੋਂ ਜ਼ਿਆਦਾ ਧੰਨਵਾਦ ਹੈ ਪਾਵਰ ਇਨ ਐਜੂਕੇਸ਼ਨ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਸੱਦਾ ਦਿੱਤਾ ਕਿਉਂਕਿ ਅਸੀਂ ਵੀ ਉਹਨਾਂ ਦਾ ਹੀ ਪਾਰਟ ਹਾਂ ਤੇ ਅਸੀਂ ਇਹ ਜਿਹੜਾ ਆ ਬਹੁਤ ਮਾਣ ਮਹਿਸੂਸ ਕੀਤਾ ਕਿ ਇੱਥੇ ਆ ਕੇ ਤੇ ਔਰਤਾਂ ਜਿਹੜੀਆਂ ਬੈਠੀਆਂ ਨੇ ਤੇ ਇੱਦਾਂ ਹੀ ਇਕੱਠੇ ਹੁੰਦੇ ਰਹੋ ਤੇ ਆਪਾਂ ਇਕੱਠੇ ਹੋ ਕੇ ਆਪਣੇ ਸੰਘਰਸ਼ਾਂ ਲਈ ਲੜਦੇ ਰਹੀਏ। ਸੋ ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ। साड़ी टीम पावर इन एजुकेशन ऑर्गेनाइजेशन रजिस्टर्ड USA सारी टीम का बहुत बहुत वैलकम और धन्यवाद जिन्हों के सदका असीं अज इत्थे पिंड कोट कलां विच आए हैं। एक छोटे ਜਿਹੇ मैसेज ने सानूं रिधि बंगा जी ने कहा कि साडे पिंड एक लाइब्रेरी है, असीं बच्चों नूं लाइब्रेरी पढ़ाउने आ। पावर इन एजुकेशन का मकसद है बच्चों नूं स्टडी करवाउणी जां उहदी हैल्प करनी।
मेरे तो वधिया ज़्यादा वधिया एक्सप्लेन करके गई है मेरी बेटी सिमरनजीत। जो उन्होंने दसिया वो 100% राइट है कि जी एजुकेशन है असी लैनी कि एक स्कूलों की एजुकेशन है, एक स्कूलों तो बाहर की एजुकेशन है। वो सब तो वड्डा सिर साडियां मातावां ते जाता है। जो एक साडा बच्चा सवेर नूं उठ के छोटे जी तेल की शीशी लैके मंदिर गुरुद्वारे या किसी होर मसीत में जाता है, एक साडी वो एजुकेशन है, एक असीं लाइब्रेरी में आने, एक साडी वो एजुकेशन है। स्कूल च जाने वो साडियां डिग्रियां कि असीं सर्विस लैनी है या असीं कोई बिजनेस खोलना जां कोई होर रिलेटेड जो साडी एजुकेशन सानूं स्कूलों च मिलदी है। पर सही मैंने एजुकेशन जी सानूं बाबा साहब ने दित्ती है, साडे समाज प्रति सानूं जागरूक किया है, सानूं बहुत ज़्यादा लोड़ है। ਉਹਦੇ ਲਈ ਸਾਨੂੰ ਮਤਲਬ ਲਾਇਬ੍ਰੇਰੀ ਦੀ ਲੋੜ ਹੈ, ਸਾਨੂੰ ਲਾਇਬ੍ਰੇਰੀ खोलनी चाहिए जो उन्होंने एजुकेशन लेनी साढ़े समाज पढ़े लिखे नहीं है वो सानू हिस्ट्री पढ़ाई जाती है। वो साड़ी ऑलरेडी साढ़े मनोवादी समाज के लोगों ने लिखी हुई हिस्ट्री है, वो करोड़ लोग की लिखी हिस्ट्री है। ये सही मैंने जानना चाहते हैं कि सानू साढ़े अपने ही घर जो साढ़े अपनी ही लाइब्रेरी साढ़े अपनी ही लाइब्रेरी जो मिलनी है गल करनी है ये एक लेडी ना पढ़ी होंगी तो शायद अज असीं इस चीज़ों में जे एक औरत पढ़ती है तो वो घर वाला जोड़ा वो मर जाता है, औरत बिल्कुल हो जाती है। पर ज्योतिराव फुले कहते हैं कि नहीं कोई गल नहीं, पर मेरे घर वाली पढ़नी चाहिए। उन्होंने एजुकेशन दी और वो घर वाला उन्हें बराबर साथ दिता और असीं अज इत्थे खड़ियां हैं। उस तो बाद जे फुले ना पढ़ती तो शायद सानूं बाबा साहब भी ना मिलते। बाबा साहब का साथ देने वाली उन्होंने अधांगली या उन्होंने वाइफ या उन्होंने मतलब धर्म पत्नी कहने हैं ना, धर्म पत्नी वर्ड बनता नहीं, सॉरी मैं इस करते ये कहने नहीं क्योंकि असी धर्म उस चीज़ में कहने हैं कि असी धर्म का भरा बना लिया, धर्म की भैन बन गई। धर्म पत्नी कदे नहीं होंगी क्योंकि पत्नी पत्नी होंगी है, धर्म पत्नी असीं दूसरे की औरत को धर्म पत्नी कह सकते हैं पर अपनी वाइफ को असीं धर्म पत्नी नहीं कह सकते। उन्होंने हम सफल हो सकती है जे रमा बी अम्बेडकर ना होंगी तो अज बाबा साहब सानू ना मिलते। इस करके असीं किहड़ी हिस्ट्री जानना चाहुंदे हैं, किहड़ी एजुकेशन लैनी आ। अज साडे बच्चे देश का भविख आ, साडियां बेटियां नूं जिन्ना तुसीं पढ़ाओगे उन्होंने वधिया एजुकेशन मिलूगी, समाज वधिया सज सकदियां हैं। किसी ने एक छोटी जी पाई है कि जे असीं कन्नां दे विच बाली पाउने आ तो सानूं समाज के आसे पासे जिहड़ियां चीज़ां आ एजुकेशन रिलेटेड सुननियां बंद हो जांदियां। मतलब सानूं इदां दे रीति रिवाजां विच जकड़ दित्ता गया, खास करके औरतां नूं पैरां 'च पंजेबां पा के गईयां, चाहे पंजेब चाहे सोने की है चाहे चांदी की है, जंजीर जंजीर होंदी है। असीं उन्हां रस्मां दे विच बच के रह गए हैं। जब तक असीं रस्मां नूं नहीं तोड़ते उन्नी देर तक असीं नवां समाज नहीं सज सकते। साडा आउण वाला भविख मेरियां मातावां दे हत्थां विच है। जे ये वधिया एजुकेशन इन्हां नूं देणगियां, स्कूल भेजणगियां तैयार करके, जी तुसीं स्कूल भी जाना है, लाइब्रेरी भी जानी, बाबा साहब ने भी पढ़ना है, ज्योतिराव फुले ने भी पढ़ना है, रमा बी अम्बेडकर ने भी पढ़ना है और भी साडे महापुरुष उन्होंने भी पढ़ना है तो वधिया अगे जाके अपना भविख और साडा समाज वधिया बन सकता है। इस करके एजुकेशन रिलेटेड जो असीं बुक्स साडे समाज के साथी या साडी टीम साडी लैके आउंदी है जां असीं भी हैल्प करनी चाहुंदे आ, असीं बच्चों को प्रमोट करना चाहुंदे कि साडे बच्चे वधिया एजुकेशन लैके वधिया समाज सिख सकन। इस करके असीं चाहुंदे आ कि अपनी बेटियां नूं वध तो वध पढ़ाओ, लाइब्रेरी के विच भेजो ताकि साडे अपने समाज की जो दुर्दशा हो रही है उन्हें जान सकन। दोस्त और दुश्मन की पहचान करानी है। जब तक साडा समाज दोस्त और दुश्मन की पहचान कर लेगा कि उन्होंने मेरे ख्याल है कि होर एजुकेशन की शायद लोड़ ना पवे। किताबां की एजुकेशन के नाल सानूं एक समाजिक तौर पर एजुकेशन की भी लोड़ है। जी असी एक वोट का हक है, जिस बाबा साहब ने लेके दिता है, औरत भी बराबर की हकदार है। जे औरत वधिया डिसीजन लै सकती है कि मेरा वधिया भविख कित्थे है, किहड़ी पार्टी बना सकती है जां किहड़ा स्कूल बना सकता है, किहड़ी एजुकेशन बना सकती है, कि मेरा ख्याल है कि सानूं अपने पढ़ने की भी सलाह की लोड़ नहीं पै सकती है क्योंकि जे असीं वधिया सोच रखते हैं। इस करके मातावां का खास करके ज़्यादा फर्ज बनता है कि अपने बच्चों को एजुकेशन रिलेटेड जो भी मिलता है उन्होंने पढ़ने भेजो। स्कूल की एजुकेशन तो हैगी नाल लाइब्रेरी में जी महापुरुषों की एजुकेशन जी उन्होंने मिलनी है वो साडे लिए ज़्यादा फायदेमंद है ताकि बच्चा दोस्त और दुश्मन की पहचान कर सके,
ਜੇ ਅਸੀਂ ਦੋਸਤ ਔਰ ਦੁਸ਼ਮਣ ਦੀ ਪਹਿਚਾਣ ਕਰਾਂਗੇ, ਜੋ ਸਾਡੇ ਬਾਬਾ ਸਾਹਿਬ ਦਾ ਸੁਪਨਾ ਸੀ ਅਸੀਂ ਪੂਰਾ ਕਰਨ ਵਿੱਚ ਥੋੜ੍ਹਾ ਜਿਹਾ ਹਿੱਸਾ ਪਾ ਸਕਦੇ ਹਾਂ। ਜੇ ਅੱਜ ਅਸੀਂ ਤੁਹਾਡੇ ਵਿੱਚ ਆਏ ਹਾਂ ਤੇ ਬਾਬਾ ਸਾਹਿਬ ਦੀ ਬਦੌਲਤ ਆਏ ਹਾਂ। ਜੇ ਉਹਨਾਂ ਨੇ ਸਾਨੂੰ ਨਾ ਹੀ ਸੰਵਿਧਾਨ ਦਾ ਹੱਕ ਦਿੱਤਾ ਹੁੰਦਾ ਤਾਂ ਸ਼ਾਇਦ ਅਸੀਂ ਤੁਹਾਡੇ ਵਿੱਚ ਨਾ ਆਉਂਦੇ। ਅੱਜ ਸਾਡਾ ਸੰਵਿਧਾਨ ਮਨੁਵਾਦੀ ਸਰਕਾਰਾਂ ਖਤਮ ਕਰ ਰਹੀਆਂ ਹੈ। ਜੇ ਤੁਸੀਂ ਸੰਵਿਧਾਨ ਨੂੰ ਬਚਾਉਣਾ ਚਾਹੁੰਦੇ ਹੋ ਤੇ ਆਪਣੀ ਪਾਵਰ ਨੂੰ ਪਹਿਚਾਣੋ, ਦੋਸਤ ਔਰ ਦੁਸ਼ਮਣ ਨੂੰ ਪਹਿਚਾਣੋ, ਤਾਂ ਕਿ ਅਸੀਂ ਅੱਗੇ ਜਾ ਕੇ ਆਪਣੇ ਬੱਚਿਆਂ ਦਾ ਵਧੀਆ ਭਵਿੱਖ ਬਣਾ ਸਕੀਏ, ਇੱਕ ਵਧੀਆ ਸਮਾਜ ਸਿਰਜ ਸਕੀਏ ਔਰ ਵਧੀਆ ਅਸੀਂ ਵਧੀਆ ਭਾਰਤ ਦੀ ਕਲਪਨਾ ਕਰ ਸਕੀਏ ਜੋ ਸਾਡੇ ਮਹਾਂਪੁਰਸ਼ ਚਾਹੁੰਦੇ ਸੀ। ਇੰਨੇ ਕਹਿੰਦੀ ਹੋਈ ਮੈਂ ਆਪ ਸਭ ਦਾ ਔਰ ਮੇਰੇ ਮੀਡੀਆ ਦੇ ਜੋ ਮੈਂਬਰ ਆਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਆਸ ਕਰਦੀ ਹਾਂ ਕਿ ਆਪ ਬੱਚਿਆਂ ਨੂੰ ਐਜੂਕੇਸ਼ਨ ਲਈ ਭੇਜੋਗੇ ਲਾਇਬ੍ਰੇਰੀ ਵਿੱਚ, ਤਾਂ ਕਿ ਅਸੀਂ ਅੱਗੇ ਜਾ ਕੇ ਹੋਰ ਬੱਚਿਆਂ ਨੂੰ ਵਧੀਆ ਭਵਿੱਖ ਦੇ ਸਕੀਏ। ਇਹਨਾਂ ਲਫ਼ਜ਼ਾਂ ਨਾਲ ਜਾਂ ਕੁਛ ਗਲਤ ਕਹਿ ਗਈ ਹੋਵਾਂ ਤੇ ਖਿਮਾ ਚਾਹੁੰਦੀ ਹਾਂ। ਜੈ ਭੀਮ, ਜੈ ਭਾਰਤ, ਨਮਸਕਾਰ। ਨੌਲੇਜ ਵਾਸਤੇ ਥੈਂਕ ਯੂ। ਹੁਣ ਮੈਂ ਆਪਣੇ ਕਿਸੇ ਨੂੰ ਮੈਨੂੰ ਲੱਗਦਾ ਵੀ ਮੈਨੂੰ ਕਿਸੇ ਇੰਟਰੋਡਕਸ਼ਨ ਦੀ ਜ਼ਰੂਰਤ ਆ। ਮੈਂ ਪ੍ਰਿਆ ਬੰਗਾ ਜੀ ਨੂੰ ਕਹਿੰਦੀ ਹਾਂ ਕਿ ਉਹ ਇੱਕ ਵਾਰੀ ਸਾਡੇ ਪਿੰਡ ਦੇ ਵਸਨੀਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰੇ। ਸਭ ਤੋਂ ਪਹਿਲਾਂ ਮੇਰੇ ਕੋਲ ਸਾਰੇ ਸਾਥੀਆਂ ਨੂੰ ਜੈ ਭੀਮ, ਜੈ ਭਾਰਤ। ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਜਾਂਦੇ ਹੁੰਦੇ ਆ, ਰੋਜ਼ ਜਾਂਦੇ ਹੁੰਦੇ, ਰੋਜ਼ ਨਹੀਂ ਜਾਂਦੇ। कि मैं धुप बोला या शाम बोला, मैं प्यो बोला या मां बोला, इत्थे सारे चेहरे नामीए, मैं कीदा ना बोला, मैं कीदा ना बोला। क्योंकि अज की इस मीटिंग दे विच जिन्ने भी साडियां मातावां, साडियां भैणां, छोटे छोटे बच्चे गुगलू मुगलू से चल के आए आ, सारियां दा बहुत बहुत धन्नवाद आ। और पावर इन एजुकेशन इंटरनेशनल ऑर्गेनाइजेशन साडी जिहड़ी टीम है किसी नाम की मोहताज नहीं, क्योंकि जिन्हें प्रोजैक्ट्स की गल करा उन्होंने बहुत सारे प्रोजैक्ट्स जोड़े किए और अगे भी कर रहे हैं। और मेरी छोटी भैन सिमरन क्रांति जी ने और साडे सीनियर आशा भैन जी उन्होंने और एडवोकेट रिधि बंगा जी उन्होंने कहते होंगे कि समुंदर में एक कुज्जे के विच पहले ही बंद कर दिता है। तो मैनूं लगता नहीं कि मेरे कहने के लिए कुछ बचिया है, क्योंकि एजुकेशन को लैके इन्होंने बहुत अच्छा जोड़ा है एक्सप्लेन किया है। लेकिन दुख साथी उत्थे लगता कि साडे समाज के जोड़े लोग आ सानू आटा दाल स्कीमां तां चाहीदियां, लेकिन सानू एजुकेशन नहीं चाहिए। अज मेरे समाज दी जिहड़ियां बीबियां भैणां आ असीं नरेगा दे विच दिहाड़ियां पिछे तां लड़दियां आ, लेकिन सानू पिंड दे सरपंच की कुर्सी नहीं चाहिए, सानू MLA की कुर्सी नहीं चाहिए, सानू MP की कुर्सी नहीं चाहिए, ना सानू प्रधानमंत्री की कुर्सी चाहिए है। क्यों? क्योंकि सानू फुट चंदरी ने मार लिया, असीं किसे दे मारिया नहीं मरते। साडे जदों असीं भारत नूं देखदे आ, मैं देखदी आ कि भारत देश का जिहड़ा मूल निवासी आ, असीं भारत देश के असली राज्य असीं वंशज आ। सानू अज तक पता क्यों नहीं लगा, साडे समाज नूं क्यों नहीं इस चीज़ बारे नॉलेज, कोई एजुकेशन ही नहीं हैगी साडे कोल। और असीं बड़ा खुश हो जांदे आ जदों इस सरकारां ने देखो किहो जिहियां नीतियां अपनाईयां ने। मैं एजुकेशन नूं लैके गल करूँगी कि अज दीयां सरकारां सरकारी स्कूलों के विच बच्चों नूं मिड डे मील स्कीमां दिंदियां आ और मावां भी बड़ियां खुश हो जांदियां, चलो निआणिਆਂ नूं दुपहर नूं रोटी नहीं बना के देनी पैंदी, बच्चे स्कूल च खाना खा लैंदे। लेकिन सानू ये नहीं पता एक पासे खीर रिंझदी हुंदी है, दूसरे पासे साडा बच्चा बैठा हुंदा है, सारी दिहाड़ी उहदी निगाह उधर रहिंदी, अज खीर बननी आ, कड़ाह बनना है, पूड़ियां बननियां आ, चौल बनने आ, की बनना। जदों एक पासे बच्चे नूं तुसीं पढ़ाई वास्ते बिठा रहे हो, दूजे पासे तुसीं बच्चे दी नीत खाण दे विच रखदे, मैनूं लगदा नहीं कि वो बच्चा उस तरीके दे नाल पढ़ सकदा जिस तरीके दे नाल प्राइवेट स्कूल दे बच्चे कॉलेजेस दे पढ़दे आ। और दूसरी गल गवर्नमेंट ने बहुत जिहड़ी एक पॉलिसी तैयार की है कि पहली तो लैके 9वीं तक जिहड़े बच्चों को विदाउट बिना फेल किते पास करना है। और साडे भैणां दी बीबियां दी भरावां दी बहुत वधिया ओह सोच है। कह लो जी असीं लड्डू वंडण लग जांदे, लो जी साडा बच्चा तो पास हो गया, लेकिन असीं उत्थे ये गल भुल जांदे आ जी साडा बच्चा बिना पढ़े पहली तो लैके 9वीं तक पास हो जाएगा, 10वीं च जाके बोर्ड दे विच ओहदी ब्रेक लगूगी, नहीं लगूगी ब्रेक ओहदी। और जदों साडा बच्चा 10वीं दे विचों फेल हो जाता, खास करके साडा समाज की करदा है, चलो जी डबई तोड़ दो, चलो जी कतर तोड़ दो, चलो जी अरब तोड़ दो, चलो जी रंग दे काम ते भेज दो, चलो जी मिस्त्री दे नाल भेज दो, उत्थे साडे बच्चों का जिहड़ा भविख किहड़ा जीरो। ये साडी सोच आ, उहदा कारण की है? क्योंकि असीं अवेयर ही नहीं हैगे एजुकेशन नूं लैके। मैं कहंदी जे तुहानूं स्कीमां भी चाहीदियां, आओ मेरे समाज दे लोगो, पावर इन एजुकेशन तुहानूं स्कीमां दिंदी आ। तुहाडे बच्चों नूं जिहड़ा आ तुसीं अपने बच्चे नूं पहले स्कूल चों फस्ट लैके आओ, फिर तुसीं डिस्ट्रिक्ट चों फस्ट लैके आओ, फिर तुसीं स्टेट दे विचों फस्ट लैके आओ। पावर इन एजुकेशन दी टीम जिहड़ी आ ओह तुहाडे बच्चे दीयां फीसां भरूगी। पावर इन एजुकेशन दी टीम जिहड़ी आ तुहाडे बच्चों नूं जिहड़ी आ प्राइज़ दऊगी। जे तुसीं डुੱਲਣਾ तुसीं इहो जिहियां स्कीमां ते डुੱਲੋ, आटा दाल स्कीमां
ਸਨਮਾਨ ਚਾਹੀਦਾ, ਸਨਮਾਨ ਦੀ ਜ਼ਿੰਦਗੀ ਜੀਓ। ਅੱਜ ਮੇਰੀਆਂ ਭੈਣਾਂ ਨੂੰ ਇਸ ਗੱਲ ਬਾਰੇ ਤਾਂ ਬਹੁਤ ਪਤਾ ਹੋਣਾ, ਰਾਮ ਕੌਣ ਸੀ, ਸੀਤਾ ਕੌਣ ਸੀ, 9 ਮਾਹਾਂ ਵਾਲਾ ਕੌਣ ਸੀ ਤੇ 10 ਮਾਹਾਂ ਵਾਲਾ ਕੌਣ ਸੀ। ਲੇਕਿਨ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰਵਾਦ ਜਿਹੜਾ ਆਪਣੇ ਨਾਮ ਦੇ ਨਾਲ ਲਾਉਣਾ ਕੋਈ ਸੌਖੀ ਗੱਲ ਨਹੀਂ। ਉਹਦੇ ਲਈ ਪਹਿਲਾਂ 33 ਕਰੋੜ ਨੂੰ ਠੋਕਰ ਮਾਰਨੀ ਪੈਂਦੀ ਆ। ਜੇ ਤੁਸੀਂ 33 ਕਰੋੜ ਨੂੰ ਠੋਕਰ ਮਾਰੋਗੇ ਤਾਂ ਤੁਸੀਂ ਅੰਬੇਡਕਰਵਾਦੀ ਬਣ ਸਕਦੇ ਆ। ਔਰ ਬਾਬਾ ਸਾਹਿਬ ਜੀ ਦਾ ਨਾਮ ਜਿਹੜਾ ਆ ਇਹ ਕਿਸੇ ਕਹਿ ਲਓ ਕਿ ਅਸੀਂ ਭਾਰਤ ਦੇ ਲੋਕ ਭਾਰਤ ਦੇ ਵਿੱਚ ਬਾਬਾ ਸਾਹਿਬ ਜੀ ਦੀਆਂ ਮੂਰਤੀਆਂ ਤੋੜਦੇ ਆ, ਲੇਕਿਨ ਅਮਰੀਕਾ ਕਹਿ ਰਿਹਾ ਕਿ ਜੇ ਡਾਕਟਰ BR ਅੰਬੇਡਕਰ ਸਾਡੇ ਭਾਰਤ ਦੇ ਵਿੱਚ ਪੈਦਾ ਹੁੰਦੇ ਤਾਂ ਅਸੀਂ ਬਾਬਾ ਸਾਹਿਬ ਜੀ ਨੂੰ ਸੂਰਜ ਦਾ ਨਾਮ ਦੇਣਾ ਸੀ, ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਜਿਹੜਾ ਰਚਨਾ ਦਿੱਤਾ ਹੈ। ਲੇਕਿਨ ਅਸੀਂ ਭਾਰਤ ਦੇ ਵਿੱਚ ਭਾਰਤ ਦੀਆਂ ਜਿਹੜੀਆਂ ਸਰਕਾਰਾਂ ਆ, ਭਾਰਤ ਦੀ ਮਨੂਵਾਦੀ ਸੋਚ ਇਹੋ ਜਿਹੀ ਕਿ ਅਸੀਂ ਬਾਬਾ ਸਾਹਿਬ ਜੀ ਦੀ ਜਿਹੜੀ ਖੜੀ ਮੂਰਤੀ ਆ, ਬਾਬਾ ਸਾਹਿਬ ਜੀ ਦੀ ਮੂਰਤੀ ਆ ਇਸ਼ਾਰਾ ਕਰਦੀ ਆ। ਇਹਦਾ ਮਤਲਬ ਕੀ ਹੁੰਦਾ ਆ? ਇੱਕ ਟਾਈਮ ਸੀ ਜਿਸ ਵੇਲੇ ਮੇਰੇ ਸਮਾਜ ਦੇ ਲੋਕਾਂ ਨੂੰ ਮੂੰਹ ਦੇ ਮੋਹਰੇ ਕੁੱਜੇ ਦੇ ਪਿੱਠ ਪਿੱਛੇ ਝਾੜੂ ਹੁੰਦੇ ਸੀ, ਲੇਕਿਨ ਬਾਬਾ ਸਾਹਿਬ ਜੀ ਦੀ ਖੜੀ ਮੂਰਤੀ ਕਹਿੰਦੀ ਆ ਉੱਠੋ ਮੇਰੇ ਸਮਾਜ ਦੇ ਲੋਕੋ, ਕੋਟ ਪੈਂਟ ਪਾਓ, ਟਾਈ ਲਾਓ, ਪੈਨ ਫੜੋ, ਹੱਥ ਦੇ ਵਿੱਚ ਇੰਡੀਅਨ ਕਨਸਟੀਟਿਊਸ਼ਨ ਫੜਿਆ ਆ ਤੇ ਇਸ਼ਾਰਾ ਉਹਨਾਂ ਦਾ ਕਿੱਧਰ ਆ? ਪਾਰਲੀਮੈਂਟ ਕੇ। ਬਾਬਾ ਸਾਹਿਬ ਦੀ ਉਂਗਲੀ ਦਾ ਸਮਝੋ ਸੰਸਦ ਵੱਲ ਇਸ਼ਾਰਾ। ਅਸੀਂ ਰੋਜ਼ ਗੁਰਬਾਣੀ ਪੜ੍ਹਦੇ ਆ, ਅਸੀਂ ਭੰਗੜੇ ਵੀ ਪਾ ਲਈਦੇ ਆ ਕਿ ਸਾਰੇ ਕਰ ਲੋ ਏਕਾ ਬੇਗਮਪੁਰਾ ਵਸਾਉਣਾ ਆ। ਬੇਗਮਪੁਰਾ ਵਸਣਾ ਕਿੱਦਾਂ ਆ? ਡੀਜਿਆਂ ਦੇ ਭੰਗੜੇ ਪੈ ਕੇ ਤਾਂ ਬੇਗਮਪੁਰਾ ਵਸਣਾ ਨਹੀਂ। ਸਾਡੇ ਸਮਾਜ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਚਲੇ ਗਏ, ਬਾਬਾ ਸਾਹਿਬ ਜੀ ਸਮਝਾਉਂਦੇ ਚਲੇ ਗਏ, ਸਾਹਿਬ ਕਾਂਚੀ ਰਾਮ ਜੀ ਸਮਝਾਉਂਦੇ ਚਲੇ ਗਏ, ਲੇਕਿਨ ਮੇਰੇ ਸਮਾਜ ਦੇ ਕੰਨ ਦੇ ਸਿਰ ਤੇ ਜੂ ਨਹੀਂ ਸਰਕੀ। ਔਰ ਅੱਜ ਸਮਾਂ ਇਹੋ ਜਿਹਾ ਆ ਗਿਆ ਕਿ ਮਨੂਵਾਦੀ ਸਰਕਾਰਾਂ ਸ਼ਰੇਆਮ ਬਾਬਾ ਸਾਹਿਬ ਜੀ ਦਾ ਸੰਵਿਧਾਨ ਸਾੜ ਰਹੀਆਂ ਆ। ਮੈਨੂੰ ਕੋਈ ਹੱਕ ਨਹੀਂ ਬਾਬਾ ਸਾਹਿਬ ਜੀ ਦੀ ਧੀ ਕਹਿਲਾਉਣ ਦਾ, ਤੁਹਾਨੂੰ ਕੋਈ ਹੱਕ ਨਹੀਂ ਬਾਬਾ ਸਾਹਿਬ ਜੀ ਦੇ ਪੁੱਤ ਕਹਿਲਾਉਣ ਦਾ, ਜੇ ਤੁਸੀਂ ਬਾਬਾ ਸਾਹਿਬ ਜੀ ਦਾ ਸੰਵਿਧਾਨ ਬਚਾ ਹੀ ਨਾ ਸਕੇ। ਇੱਕ ਅਨਪੜ੍ਹ ਬੰਦਾ, ਇੱਕ ਚਾਹ ਵੇਚਣ ਵਾਲਾ ਬੰਦਾ 32 ਡਿਗਰੀਆਂ, ਸਾਡੇ ਬਾਬਾ ਸਾਹਿਬ ਡਾਕਟਰ BR, ਅੱਜ ਜੇ ਮੈਂ ਕਹਾਂ ਮੈਂ 1 ਡਿਗਰੀ ਕਰਨੀ, ਮੇਰੀ ਸਾਰੀ ਜ਼ਿੰਦਗੀ ਲੱਗ ਜੂਗੀ 1 ਡਿਗਰੀ ਕਰਨ ਵਾਸਤੇ, ਲੇਕਿਨ ਉਸ ਇਨਸਾਨ ਨੇ 32 ਡਿਗਰੀਆਂ ਕੀਤੀਆਂ। ਔਰ ਇੱਕ ਅਨਪੜ੍ਹ ਬੰਦਾ ਚਾਹ ਵੇਚਣ ਵਾਲਾ ਇੱਕ 32 ਡਿਗਰੀਆਂ ਵਾਲੇ ਦਾ ਜਿਹੜਾ ਸੰਵਿਧਾਨ ਆ ਪਾੜ ਕੇ ਸਿੱਟ ਰਿਹਾ ਆ, ਟੋਟੇ ਟੋਟੇ ਕਰ ਰਹੇ ਆ। ਔਰ ਸਾਡਾ ਜਿਹੜਾ ਸਮਾਜ ਆ ਉਹਦੇ ਟੋਟਾ ਮੈਨੂੰ ਨਹੀਂ ਪਤਾ ਕਿਉਂ ਟੋਟਾ, ਸ਼ਾਇਦ ਮੈਨੂੰ ਲੱਗਦਾ ਸਾਡੇ ਦਾਦੇ ਪੜਦਾਦਿਆਂ ਨੇ ਮੂੰਹ ਦੇ ਮੋਹਰੇ ਕੁੱਜੇ ਵੀ ਬੰਨੇ ਸੀ, ਝਾੜੂ ਵੀ ਬੰਨੇ ਸੀ, ਲੇਕਿਨ ਉਹਨਾਂ ਦੀਆਂ ਜਿਹੜੀਆਂ ਔਲਾਦਾਂ ਉਹਨਾਂ ਨੇ ਝਾੜੂ ਨਾ ਤਾਂ ਬੰਨੇ ਆ ਤੇ ਨਾ ਹੀ ਉਹਨਾਂ ਨੇ ਦੇਖੇ ਆ ਕਿੱਦਾਂ ਵੱਜਦੇ ਆ। ਪੰਜਾਬ ਦੇ ਵਿੱਚ ਝਾੜੂ ਤਾਂ ਆ ਗਿਆ ਆ, ਹੁਣ ਕੁੱਜਿਆਂ ਦੀ ਵੀ ਤਿਆਰੀ ਕਰ ਲਓ। ਜੇ ਤੁਸੀਂ ਬੋਲ ਨਹੀਂ ਸਕਦੇ ਨਾ ਮੇਰੇ ਸਮਾਜ ਦੇ ਲੋਕੋ, ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜੇ ਬੱਚੇ ਆ, ਜਦੋਂ ਇਹਨਾਂ ਦੇ ਵੀ ਬੱਚੇ ਹੋ ਜਾਣਗੇ, ਉਹਨਾਂ ਨੇ ਸਵਾਲ ਕਰਨਾ ਆ, ਚਾਹੇ ਇਹਨਾਂ ਨੂੰ ਕਹਿਣ ਚਾਹੇ ਇਹ ਬੱਚੇ ਤੁਹਾਨੂੰ ਕਹਿਣ ਕਿ ਮੰਮਾ ਪਾਪਾ ਜਿਸ ਵੇਲੇ ਬਾਬਾ ਸਾਹਿਬ ਜੀ ਦਾ ਸੰਵਿਧਾਨ ਚੂਰ ਚੂਰ ਕੀਤਾ ਜਾ ਰਿਹਾ ਸੀ, ਜਿਸ ਵੇਲੇ ਸਾਡੇ ਹੱਕ ਤੇ ਹਕੂਕ ਸਾਡੇ ਕੋਲੋਂ ਖੋਏ ਸੀ, ਤੁਸੀਂ ਕਿਹੜੀ ਗੁੜੀ ਨੀਂਦੇ ਸੁੱਤੇ ਪਏ ਸੀ? ਉਦੋਂ ਮੇਰੇ ਭਰਾਵਾਂ ਨੇ ਬਹੁਤ ਸੋਹਣਾ ਜਵਾਬ ਦੇਣਾ ਸ਼ਰਮ ਦੇ ਮਾਰਿਆਂ ਨੇ ਕਿ ਪੁੱਤ ਉਦੋਂ ਅਸੀਂ ਸ਼ਰਾਬ ਦੀ ਇੱਕ ਬੋਤਲ ਤੇ ਵਿਕ ਗਏ ਸੀ, ਅਸੀਂ ਆਪਣੇ ਬੱਚਿਆਂ ਦਾ ਭਵਿੱਖ ਸ਼ਰਾਬ ਦੀ ਇੱਕ ਬੋਤਲ ਤੇ ਦਾਅ ਤੇ ਲਾਤਾ ਸੀ। ਕਹਿੰਦੇ ਵੇਚ ਕੇ ਜ਼ਮੀਰ ਲੈ ਕੇ ਸੋਫੀਆ ਜਾਹੀਰ, ਉਦੋਂ ਗਲੀਆਂ ਦੇ ਵਿੱਚ ਅਸੀਂ ਲਿਟ ਜਾਂਦੇ ਆ ਕਿ ਜਦੋਂ ਗੱਲ ਆਉਂਦੀ ਸਾਡੇ ਹੱਕ ਲੈਣ ਦੀ, 2 ਦਾਰੂ ਦੀਆਂ ਬੋਤਲਾਂ ਤੇ ਵਿਕ ਜਾਂਦੇ ਆ। ਜਦੋਂ ਗੱਲ ਆਉਂਦੀ ਸਾਡੇ ਹੱਕ ਲੈਣ ਦੀ, 2 ਦਾਰੂ ਦੀਆਂ ਬੋਤਲਾਂ ਤੇ ਵਿਕ ਜਾਂਦੇ ਆ। ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਨੇ ਮੇਰੇ ਸਮਾਜ ਨੂੰ ਵੋਟ ਦਾ ਅਧਿਕਾਰ ਦਿੱਤਾ ਸੀਗਾ ਤਖਤ ਦੇ ਉੱਤੇ ਬੈਠਣ ਨੂੰ, ਪਰ ਮੇਰੇ ਸਮਾਜ ਨੇ ਉਸ ਵੋਟ ਦੀ ਜਿਹੜੀ ਕਦਰ ਨਹੀਂ ਕੀਤੀ। ਅੱਜ ਮੇਰੀਆਂ ਬੀਬੀਆਂ ਭੈਣਾਂ ਮਰਦਾਂ ਦੇ ਬਰਾਬਰ ਬੈਠੀਆਂ ਆ, ਲੇਕਿਨ ਇੱਕ ਵੇਲਾ ਇਦਾਂ ਦਾ ਸੀ, ਅੱਜ ਤੱਕ ਤੁਸੀਂ ਸੋਹਣੇ ਸੋਹਣੇ ਸੂਟ ਪਾਏ ਆ, ਸਮਾਂ ਇਦਾਂ ਦਾ ਸੀ ਤੁਸੀਂ ਆਪਣੀ ਸਮਾਂ ਇਹੋ ਜਿਹਾ ਸੀ ਕਿ ਤੁਸੀਂ ਆਪਣੀ ਮਰਜ਼ੀ ਦਾ ਕੱਪੜਾ ਲੀੜਾ ਤੱਕ ਨਹੀਂ ਪਾ ਸਕਦੀਆਂ ਸੀਗੀਆਂ। ਔਰ ਅੱਜ ਮੈਂ ਆਪਣੀਆਂ ਬੀਬੀਆਂ ਭੈਣਾਂ ਦੇ ਕੋਲ ਇੱਕ ਸਵਾਲ ਕਰਾਂਗੀ ਕਿ ਜਦੋਂ ਅਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ, ਅਸੀਂ 4-4 5-5 ਦਿਨ ਪਹਿਲਾਂ ਢੋਲੀਆਂ ਸਿੱਠਣੀਆਂ ਪਾਉਣ ਲੱਗ ਪੈਂਦੀਆਂ ਆ, ਪਰ ਅੱਜ ਉਹਦਾ ਵਰਤ ਹੁੰਦਾ ਮੇਰੀਆਂ ਭੈਣਾਂ ਦੀ ਜਿਹੜੀ ਉਹ ਖਰੀਦਦਾਰੀ ਆ, ਮਹਿੰਦੀਆਂ ਲਾਉਣੀਆਂ 2 ਦਿਨ ਪਹਿਲਾਂ ਸ਼ੁਰੂ ਕਰ ਦਿੰਦੀਆਂ, ਫੇਸ਼ੀਅਲ ਕਰਾਉਣਾ 2 ਦਿਨ ਪਹਿਲਾਂ ਸ਼ੁਰੂ ਕਰ ਦਿੰਦੀਆਂ, ਵੀਰਵਾਰ ਹੁੰਦਾ ਹੈ ਜੇਠਾ ਤੇ ਇਹਨਾਂ ਤੇਲ ਜਿਹੜਾ ਅਸੀਂ ਚਰਗਾ ਚੁਪਣਾ ਸ਼ੁਰੂ ਕਰ ਦਿੰਦੇ ਆ। ਮੈਂ ਕਹਿੰਦੀ ਉਹ ਤੇਲ ਆਪਣੇ ਸਿਰ 'ਚ ਪਾਇਆ ਕਰੋ, ਸਾਡੇ ਦਿਮਾਗ ਦੀਆਂ ਨਾੜਾਂ ਖੁੱਲਣ, ਸਾਨੂੰ ਪਤਾ ਲੱਗੇ, ਸਾਡੇ ਬੱਚਿਆਂ ਨੂੰ ਅਸੀਂ ਉਹ ਜਿਹੜਾ ਅਸੀਂ ਮਨੂਵਾਦ ਬ੍ਰਾਹਮਣਵਾਦ ਪਖੰਡਵਾਦ ਤੇ ਅਸੀਂ ਖਰਚਾ ਕਰਨਾ ਆ, ਉਹ ਖਰਚਾ ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਕਰੀਏ। ਮੇਰੇ ਸਮਾਜ ਦੇ ਲੋਕੋ ਰੋਟੀਆਂ ਭਾਵੇਂ 4 ਦੀ ਬਜਾਏ 2 ਖਾ ਲਿਓ, ਉਹ ਮਹੀਨੇ ਦੇ ਵਿੱਚ ਜੇ ਤੁਸੀਂ 3 ਸੂਟ ਸਵਾਉਂਦੀਆਂ ਭਾਵੇਂ 2 ਸਵਾ ਲਿਓ, ਲੇਕਿਨ ਆਪਣੇ ਬੱਚਿਆਂ ਨੂੰ ਜ਼ਰੂਰ ਪੜ੍ਹਾ ਲਿਓ, ਕਿਉਂਕਿ ਆਉਣ ਵਾਲਾ ਜਿਹੜਾ ਸਮਾਂ ਆ ਉਹ ਬਹੁਤ ਜ਼ਿਆਦਾ ਭਿਆਨਕ ਸਮਾਂ ਆ ਰਿਹਾ ਆ। ਤੁਸੀਂ ਸਾਰੇ ਜਾਣਦੇ ਆ, ਸ਼ਾਇਦ ਮੈਨੂੰ ਲੱਗਦਾ ਮੈਨੂੰ ਕਹਿਣ ਦੀ ਲੋੜ ਨਹੀਂ ਕਿ ਮੋਦੀ ਨੇ ਦੇਸ਼ ਦੇ ਚਾਹ ਵੇਚਣ ਵਾਲੇ ਦੇ ਦੇਸ਼ ਦੇ ਹਾਲਾਤ ਜਿਹੜੇ ਆ ਕਿ ਉਹਦੇ ਕੀਤੇ ਹੋਏ ਆ, ਉਹਦੇ ਲਈ ਜੇ ਮੈਂ ਗਾਲਾਂ ਵੀ ਕੱਢਾਂ ਤਾਂ ਮੈਨੂੰ ਲੱਗਦਾ ਉਹਨਾਂ ਗਾਲਾਂ ਦੀ ਵੀ ਬੇਅਦਬੀ ਕਹੂਗੀ। ਮੇਰੀਆਂ ਬੀਬੀਆਂ ਭੈਣਾਂ ਪ੍ਰੋਗਰਾਮਾਂ ਦੇ ਉੱਤੇ ਫੰਕਸ਼ਨ ਦੇ ਉੱਤੇ ਟੁੱਲ ਬਣਾ ਕੇ ਬੈਠੀਆਂ ਸਲਾਹਾਂ ਕਰਦੀਆਂ ਹੁੰਦੀਆਂ ਆ। ਮੈਂ ਅੱਜ ਆਪਣੀਆਂ ਭੈਣਾਂ ਨੂੰ ਸਵਾਲ ਕਰੂੰਗੀ ਕਿ ਇੱਕ ਭੈਣ, ਮੈਂ ਜ਼ਿਆਦਾ ਨਹੀਂ ਕਹਿੰਦੀ ਮੇਰੀ ਇੱਕ ਭੈਣ ਆਪਣੇ ਨਾਲ 5 ਭੈਣਾਂ,
ਵਿੱਚ ਜਿਹੜਾ ਪੂਰਾ ਭਾਰਤ ਦੇਸ਼ ਬਹੁਤ ਜ਼ਿਆਦਾ ਹੋਊਗਾ, ਪੂਰੇ ਭਾਰਤ ਦੇਸ਼ ਦੇ ਉੱਤੇ ਇੱਕ ਇਸਤਰੀ ਰਾਜ ਕਰੂਗੀ। ਜੇ ਤੁਸੀਂ ਮੇਰੇ ਸਮਾਜ ਦੀ ਭੈਣੋ, ਜੇ ਤੁਸੀਂ ਪਖੰਡਵਾਦ, ਜੇ ਤੁਸੀਂ ਮਨੂਵਾਦ ਨੂੰ ਛੱਡ ਕੇ ਪੜ੍ਹਾਈ ਦੇ ਜਿਹੜਾ ਪੜ੍ਹਾਈ ਵੱਲ ਨੂੰ ਤੁਰ ਪਈਆਂ ਤੇ ਤੁਹਾਨੂੰ ਜਿਹੜਾ ਕੋਈ ਨਹੀਂ ਹਰਾ ਸਕਦਾ। ਅੱਜ ਦੇ ਸਮੇਂ ਦੇ ਵਿੱਚ ਇੱਕ ਔਰਤ ਜਿਹੜੀ ਉਹ ਜੱਜ ਵੀ ਹੈ, ਇੱਕ ਔਰਤ ਵਕੀਲ ਵੀ ਹੈ, ਇੱਕ ਔਰਤ ਕਿਹੜੇ ਅਹੁਦੇ ਆ ਜਿੱਥੇ ਨਹੀਂ ਬੈਠੀ। ਲੇਕਿਨ ਸਾਨੂੰ ਉਸ ਵੇਲੇ ਹੈਰਾਨੀ ਹੁੰਦੀ ਆ, ਇੱਕ ਪਾਸੇ ਤਾਂ ਔਰਤ ਜਿਹੜੀ ਆ ਜੱਜ ਵਕੀਲ ਬਣੀ ਬੈਠੀ ਹੈ, ਦੂਜੇ ਪਾਸੇ ਸਾਡੇ ਸਮਾਜ ਦੀ ਔਰਤ ਝਾੜੂ ਲੈ ਕੇ ਗਲੀ ਗਲੀ ਦੇ ਵਿੱਚ ਨਰੇਗਾ ਦਾ ਕੰਮ ਕਰਦੀ ਹੈ। ਕਿਉਂ? ਅਸੀਂ ਕਹਿੰਦੇ ਜੀ ਸਾਡੇ ਤਾਂ ਕਿਸਮਤ 'ਚ ਗਰੀਬੀ ਆ, ਸਾਡੇ ਤਾਂ ਜੀ ਰੱਬ ਨੇ ਲੇਖ ਹੀ ਮਾੜੇ ਲਿਖਿਆ, ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ। ਫਿਰ ਅਸੀਂ ਇੱਦਾਂ ਕਹਿੰਦੇ ਸਾਡੇ ਲੇਖ ਹੀ ਮਾੜੇ ਆ। ਲੇਕਿਨ ਉਹ ਜਿਹੜੇ ਲੇਖ ਆ, ਉਸ ਬਾਬਾ ਸਾਹਿਬ ਜੀ ਨੇ ਕਰੋੜਾਂ ਲੋਕਾਂ ਦੀਆਂ ਜੰਜੀਰਾਂ, ਕਰੋੜਾਂ ਲੋਕਾਂ ਦੀਆਂ ਗੁਲਾਮੀ ਦੀਆਂ ਜੰਜੀਰਾਂ ਦੇ ਇਕੱਲਾ ਇਨਸਾਨ ਤੋੜ ਸਕਦਾ ਆ, ਤੇ ਤੁਸੀਂ ਕਰੋੜਾਂ ਲੋਕ ਇਕੱਠੇ ਹੋ ਕੇ ਕਿਉਂ ਨਹੀਂ ਇੱਕ ਬਾਬਾ ਸਾਹਿਬ ਜੀ ਦਾ ਸੁਪਨਾ ਪੂਰਾ ਕਰ ਸਕਦੇ? ਅੱਜ ਤੱਕ ਮੈਨੂੰ ਸ਼ਰਮ ਆਉਂਦੀ ਆ ਕਿ ਮੈਂ ਬਾਬਾ ਸਾਹਿਬ ਜੀ ਦੇ ਸੰਵਿਧਾਨ ਤੇ ਪਹਿਰਾ ਨਹੀਂ ਦੇ ਸਕੀ ਕਿ ਬਾਬਾ ਸਾਹਿਬ ਜੀ ਤੇਰੀ ਸੋਚ ਤੇ ਪਹਿਰਾ ਦੇਾਂਗੇ। ਅਸੀਂ ਬਹੁਤ ਕਹੀਦਾ ਆ ਕਿ ਪਹਿਰਾ ਦੇਾਂਗੇ ਠੋਕ ਕੇ, ਪਰ ਦਿੰਦੇ ਕਿਉਂ ਨਹੀਂ? ਮੇਰੇ ਸਮਾਜ ਦੇ ਲੋਕੋ, ਇੱਕ ਸਵਾਲ ਆ ਸਾਰਿਆਂ ਦੇ ਲਈ ਕਿ ਕਿਉਂ ਨਹੀਂ ਅਸੀਂ ਬਾਬਾ ਸਾਹਿਬ ਜੀ ਦਾ ਰਾਜ ਭਾਗ ਲੈ ਕੇ ਆ ਸਕੇ? ਅਸੀਂ ਕਹਿੰਦੇ ਸੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਮੰਨਦੇ ਆ। ਉਹ ਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਤੁਹਾਨੂੰ ਇਹ ਕਿਹਾ ਸੀਗਾ, ਉਹਨਾਂ ਨੇ ਵੀ ਰਾਜ ਭਾਗ ਦੀ ਗੱਲ ਕੀਤੀ ਸੀਗੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਇਹੀ ਗੱਲ ਕਹੀ ਸੀ, ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਸ ਕਰਕੇ ਜਿਸ ਸਮਾਜ ਦੀ ਔਰਤ ਪੜ੍ਹ ਲਿਖ ਜਾਂਦੀ ਆ, ਉਸ ਸਮਾਜ ਦੀਆਂ ਜਿਹੜੀਆਂ ਪੀੜ੍ਹੀਆਂ ਜਿਹੜੀਆਂ ਆ, ਕੁੱਲਾਂ ਜਿਹੜੀਆਂ ਆ, ਉਹ ਤਰ ਜਾਂਦੀਆਂ। ਬਿਕੋਜ਼ ਆਫ ਐਜੂਕੇਸ਼ਨ ਇਜ਼ ਮੋਸਟ ਇੰਪੋਰਟੈਂਟ ਵੈਪਨ। ਐਜੂਕੇਸ਼ਨ ਇੱਕ ਇਹੋ ਜਿਹਾ ਹਥਿਆਰ ਆ ਜਿਹਦੇ ਨਾਲ ਤੁਸੀਂ ਮਨੂਵਾਦ ਦੀਆਂ ਜਿਹੜੀਆਂ ਆ ਛੱਤਾਂ ਪਾੜ ਸਕਦੇ ਆ, ਜਿਹਦੇ ਨਾਲ ਤੁਸੀਂ ਮਨੂਵਾਦ ਨੂੰ ਢਹਿ ਢੇਰੀ ਕਰ ਸਕਦੇ ਆ। ਸੋਚਣਾ ਤੁਸੀਂ ਆ ਮੇਰੇ ਸਮਾਜ ਦੇ ਲੋਕੋ, ਅੱਜ ਮੇਰੀਆਂ ਭੈਣਾਂ ਇੱਥੇ ਰਿਜੀ ਮੰਗਾ ਇੱਧਰ ਆਏ ਬੱਚੇ, ਇਹ ਵੀ ਤੁਹਾਡੇ ਪਿੰਡ ਦੇ ਵਿੱਚੋਂ ਆਪਣੀ ਉੱਠੀ ਆ। ਮੇਰੀ ਭੈਣ ਜੀ ਹੁਣੀ, ਸੁਖਿੰਦਰ ਭੈਣ ਜੀ ਹੁਣੀ, ਔਰ ਇੱਕ ਪ੍ਰਿਆ ਅੰਬੇਡਕਰ, ਸ਼ਾਇਦ ਮੇਰੇ ਦੀਦੀ ਆਈ ਨਹੀਂ ਇੱਥੇ ਆਈ ਨਹੀਂ ਪ੍ਰੋਗਰਾਮ ਦੇ ਵਿੱਚ, ਕਿਤੇ ਬਿਜ਼ੀ ਹੋਣੇ ਆ। ਇੱਕ ਵਾਰੀ ਇਸ ਭੈਣ ਦੇ ਨਾਮ ਤੇ ਤਾੜੀਆਂ ਲਾ ਦਿਓ। ਸੁਪਨੇ ਦੇਖੋ ਮੇਰੇ ਸਮਾਜ ਦੇ ਲੋਕੋ, ਉਹ ਸੁਪਨੇ ਜਿਹੜੇ ਆ ਤੁਹਾਡੇ ਪੜ੍ਹਾਈ ਦੇ ਨਾਲ ਪੂਰੇ ਹੋਣੇ ਆ। ਤੇ ਸਾਡੀ ਜਿਹੜੀ ਟੀਮ ਆ ਪਾਵਰ ਐਂਡ ਐਜੂਕੇਸ਼ਨ ਦੀ, ਅਸੀਂ ਟੀਮ ਦੇ ਵੱਲੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਜਿਹੜੇ ਵੋਲਿਊਮ ਆ, ਕਿਉਂਕਿ ਇਹ ਬੱਚੇ ਮੈਂ ਕਹੂੰਗੀ ਬਹੁਤ ਲੱਕੀ ਆ ਜਿਨ੍ਹਾਂ ਨੂੰ ਇਹੋ ਜਿਹੀ ਟੀਮ ਮਿਲੀ ਆ। ਲੱਕੀ ਬੋਲ ਭਾਜੀ ਹੁਣੀ, ਹਰਪ੍ਰੀਤ ਸੁਮਨ ਭਾਜੀ ਹੁਣੀ, ਉਹ ਇੱਕ ਭਾਜੀ ਸਾਡੇ ਅਮਰੀਕਾ 'ਚ ਰਹਿੰਦੇ, ਦੂਜੇ ਭਾਜੀ ਸਾਡੇ ਜਿਹੜੇ ਕੁਵੈਤ 'ਚ ਰਹਿੰਦੇ, ਉਹਨਾਂ ਦੇ ਵੀ ਟੱਬਰ ਹੈਗੇ ਆ, ਉਹ ਵੀ ਆਪਣੇ ਟੱਬਰ ਪਾਲ ਸਕਦੇ ਆ। ਉਹਨਾਂ ਦੀਆਂ ਘਰ ਵਾਲੀਆਂ ਵੀ ਉਹਨਾਂ ਨਾਲ ਲੜਦੀਆਂ ਵੀ ਸਾਨੂੰ 5-5 ਹਜ਼ਾਰ ਦੇ ਸੂਟ ਦਿਓ, ਪੈਸੇ ਭੇਜੋ। ਲੇਕਿਨ ਧੰਨਾ ਮੈਂ ਕਹਿੰਦੀ ਉਹ ਜਿਹੜੇ ਪੁੱਤ ਮਾਵਾਂ ਦੇ ਜਿਹੜੇ ਉਹ ਆਪਣਾ ਜਿਹੜਾ ਉੱਧਰਲਾ ਘਰ-ਬਾਰ ਆਪਣਾ ਛੱਡ ਕੇ ਇਹਨਾਂ ਬੱਚਿਆਂ ਵਾਸਤੇ ਸੋਚਦੇ ਆ। ਔਰ ਉਹਨਾਂ ਨੇ ਮੈਂ ਅੱਜ ਤੱਕ ਬਾਬਾ ਸਾਹਿਬ ਜੀ ਦੇ ਸਾਰੇ ਵੋਲਿਊਮ ਪੜ੍ਹੇ ਨਹੀਂ ਹੈਗੇ, ਇਹ ਮੈਂ ਸੱਚਾਈ ਦੇ ਨਾਲ ਕਹਿੰਦੀ ਆ। ਮੈਂ ਅੱਜ ਤੱਕ ਮੈਂ ਬਾਬਾ ਸਾਹਿਬ ਜੀ ਦੇ ਪੂਰੇ ਵੋਲਿਊਮ ਪੜ੍ਹ ਨਹੀਂ ਸਕੀ। ਕਿਉਂ? ਕਿਉਂਕਿ ਇਹ ਜਿਹੜਾ ਖਜ਼ਾਨਾ ਆ, ਮੈਂ ਉਸ ਪਿੰਡ ਦੇ ਵਿੱਚ ਉੱਠੀ ਆ, ਸਾਡੇ ਪਿੰਡ ਦੇ ਵਿੱਚ ਬੱਸ ਜਾਣਾ ਤਾਂ ਬਹੁਤ ਦੂਰ ਦੀ ਗੱਲ ਹੈ, ਤੇ ਰਿਕਸ਼ਾ ਵੀ ਨਹੀਂ ਜਾਂਦਾ ਭਾਜੀ। ਜੇ ਮੈਂ ਉਸ ਪਿੰਡ ਦੇ ਵਿੱਚ ਉੱਠ ਕੇ ਜਗ੍ਹਾ ਜਗ੍ਹਾ ਤੇ ਜਾ ਕੇ ਪ੍ਰਦੇਸ਼ਾਂ ਦੀਆਂ ਧਰਤੀਆਂ ਤੇ, ਕਿਉਂਕਿ ਜਦੋਂ ਅਸੀਂ ਦੁਬਈ ਗਏ ਸੀ, ਭਾਜੀ ਹੁਣੀ ਵੀ ਸਾਡੇ ਨਾਲ ਗਏ ਸੀ, ਜੇ ਅਸੀਂ ਦੇਸ਼ਾਂ ਇੱਕ ਕੁੜੀ ਉੱਠ ਕੇ ਦੇਸ਼ਾਂ ਪ੍ਰਦੇਸ਼ਾਂ ਦੀਆਂ ਧਰਤੀਆਂ ਤੇ ਬਾਬਾ ਸਾਹਿਬ ਦਾ ਪ੍ਰਚਾਰ ਕਰ ਸਕਦੀ ਹੈ, ਤੁਸੀਂ ਤਾਂ ਫਿਰ ਵੀ ਮੇਰੇ ਤੋਂ ਬਹੁਤ ਵੱਡੀਆਂ। ਕਈ ਵਾਰੀ ਇਹ ਚੀਜ਼ਾਂ ਸੁਣਨ 'ਚ ਮਿਲਦੀਆਂ, ਇਹ ਕਹਿ ਦਿੰਦੇ ਨਿਆਣੇ ਸਾਨੂੰ ਜੰਮੇ ਆ, ਬਸ ਇਹਨਾਂ ਨੂੰ ਜੰਮੇ ਆ, ਕੱਲ੍ਹ ਦੀਆਂ ਕੁੜੀਆਂ ਉੱਠ ਕੇ ਸਾਨੂੰ ਅਕਲਾਂ ਦਿੰਦੀਆਂ ਆ। ਮੈਂ ਕਹਿੰਦੀ ਸਾਨੂੰ ਇਸ ਗੱਲ ਦਾ ਅਫਸੋਸ ਆ ਕਿ ਸਾਡੇ ਮਾਪਿਆਂ ਨੇ ਸਾਨੂੰ ਇਹ ਗੱਲਾਂ ਦੱਸੀਆਂ ਕਿਉਂ ਨੇ, ਤੇ ਅਸੀਂ ਆਪਣੇ ਬੱਚਿਆਂ ਨੂੰ, ਮੈਂ ਆਪਣੇ ਬੱਚਿਆਂ ਨੂੰ ਜਿਹੜਾ ਬਾਬਾ ਸਾਹਿਬ ਅੰਬੇਡਕਰਵਾਦੀ ਬਣਾਉਂਗੀ। ਜਦੋਂ ਮੇਰਾ ਬੱਚਾ ਪੈਦਾ ਹੋਊਗਾ, ਮੈਂ ਇਹਨੂੰ ਇਹ ਨਹੀਂ ਕਹੂੰਗੀ ਤੂੰ ਹਿੰਦੂ ਆ, ਤੂੰ ਮੁਸਲਮਾਨ ਆ, ਤੂੰ ਸਿੱਖ ਆ, ਤੂੰ ਈਸਾਈ ਆ, ਮੈਂ ਉਹਨੂੰ ਇਨਸਾਨੀਅਤ ਦਾ ਪਾਠ ਪੜ੍ਹਾਉਂਗੀ। ਮੈਂ ਉਹਦੇ ਹੱਥ ਦੇ ਵਿੱਚ, ਮੈਂ ਪਹਿਲਾਂ ਧਰਮ ਬਾਅਦ ਵਿੱਚ ਦਊਂਗੀ, ਪਹਿਲਾਂ ਮੈਂ ਉਹਦੇ ਹੱਥ ਦੇ ਵਿੱਚ ਅੰਬੇਡਕਰਵਾਦ ਦਊਂਗੀ। ਤੇ ਤੁਸੀਂ ਬਾਬਾ ਸਾਹਿਬ ਜੀ ਨੂੰ ਪੜ੍ਹੋ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆ ਅੰਬੇਡਕਰਵਾਦ ਨੂੰ ਸੰਭਾਲ ਸਕਣ, ਸਾਡੇ ਸੰਵਿਧਾਨ ਨੂੰ ਬਚਾ ਸਕਣ। ਕਿਉਂਕਿ ਜਿਸ ਦਿਨ ਮੇਰੇ ਸਮਾਜ ਦੇ ਲੋਕੋ ਸੰਵਿਧਾਨ ਖਤਮ ਹੋ ਗਿਆ ਨਾ, ਅੱਜ ਤਾਂ ਤੁਸੀਂ ਔਰਤਾਂ ਮਰਦਾਂ ਦੇ ਬਰਾਬਰ ਬੈਠੀਆਂ, ਫਿਰ ਤੁਸੀਂ ਔਰਤਾਂ ਮਰਦਾਂ ਦੇ ਬਰਾਬਰ ਵੀ ਨਹੀਂ ਬੈਠ ਸਕਦੇ। ਇਹਦੇ ਵੱਲੋਂ ਇਹਨਾਂ ਪਿੰਡ ਦੇ ਬੱਚਿਆਂ ਵਾਸਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੇ ਜਿੰਨੇ ਵੋਲਿਊਮਸ ਆ ਅਸੀਂ ਉਹ ਲੈ ਕੇ ਆਏ ਆ। ਤੇ ਮੈਂ ਇੱਕ ਬੱਚਿਆਂ ਦੇ ਕੋਲ ਇੱਕ ਪ੍ਰੋਮਿਸ ਲੈਣਾ ਹੈ ਕਿ ਤੁਸੀਂ ਪੜ੍ਹੋਗੇ ਸਾਰੇ ਜਣੇ ਇਹ। ਹਾਂਜੀ, ਜਦੋਂ ਤੁਸੀਂ ਪੜ੍ਹੋਗੇ ਫਿਰ ਆਪਾਂ ਤੁਹਾਡਾ ਇੱਕ ਕੰਪੀਟੀਸ਼ਨ ਵੀ ਕਰਾਵਾਂਗੇ, ਔਰ ਜਿਹੜਾ ਬੱਚਾ ਉਸ ਕੰਪੀਟੀਸ਼ਨ ਦੇ ਵਿੱਚੋਂ ਫਸਟ, ਸੈਕਿੰਡ ਔਰ ਥਰਡ ਆਇਆ ਉਹਨੂੰ ਇਨਾਮ ਵੀ ਦੇਵਾਂਗੇ। ਸਾਡੀ ਟੀਮ ਦੇ ਵੱਲੋਂ
6 ਨੰਬਰ ਲਿਖੇ ਆ ਜਿਹੜਾ ਇਹਨੂੰ ਪੀਵੇਗਾ ਦਹਾੜੇਗਾ। ਤੁਹਾਡੇ ਸਾਹਮਣੇ ਸਾਡੇ ਭੈਣ ਜੀ ਪ੍ਰਿਆ ਬੰਗਿਆ, ਤੁਸੀਂ ਇਹਨਾਂ ਦੇ ਗਲ ਵਿੱਚ ਦੇਖਿਆ ਹੋਣਾ ਕਿ ਇੱਕ ਲਾਫਟ ਲੰਕਦਾ ਬੜਾ ਚਮਕਦਾ, ਤੇ ਤੁਸੀਂ ਉਹ ਮੇਰੇ ਖਿਆਲ 'ਚ 10-20 ਕਦਮ ਤੋਂ ਪਹਿਚਾਣ ਜਾਓਗੇ ਗੋਲਡ ਮੈਡਲ ਆ। ਉਹ ਇਹਨਾਂ ਨੂੰ ਗੋਲਡ ਮੈਡਲ ਜਿਹੜਾ ਇੱਕ ਬਾਹਰਲੀ ਆਰਗੇਨਾਈਜੇਸ਼ਨ ਨੇ ਇਹਨੂੰ ਪਾਇਆ ਇਸੇ ਗੱਲ ਦਾ ਕਿ ਬਾਬਾ ਸਾਹਿਬ ਦੇ ਮਿਸ਼ਨ ਦਾ ਪ੍ਰਚਾਰ ਔਰ ਪ੍ਰਸਾਰ ਪ੍ਰਿਆ ਬੰਗਾ ਇੱਕ ਬਹੁਤ ਵੱਡੇ ਪੱਧਰ 'ਤੇ ਕਰ ਰਹੀ ਹੈ। ਔਰ ਮੇਰੀ ਅੱਜ ਤੋਂ 7-8 ਸਾਲ ਪਹਿਲਾਂ ਇਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਰੇਲਵੇ ਸਟੇਸ਼ਨ ਆਪਣੇ ਜਲੰਧਰ ਦੇ ਵਿੱਚ, ਜਦੋਂ ਮਹਾਰਾਜ ਦੀ ਟ੍ਰੇਨ ਜਾ ਰਹੀ ਸੀ, ਤੇ ਇਹਨਾਂ ਨੇ ਉੱਥੇ ਇੱਕ ਗੀਤ ਗਾਇਆ ਸੀਗਾ ਕਿ ਈਦ ਖੇ ਚੰਦ ਚੜ੍ਹਿਆ ਹਨੇਰਾ ਚੀਰ ਕੇ, ਤੇ ਚੰਦ ਤੇ ਹਨੇਰਾ ਚੀਰ ਕੇ ਚੜ੍ਹ ਗਿਆ ਸੀਗਾ, ਲੇਕਿਨ ਅਸੀਂ ਉਹਦਾ ਧੁੱਪ ਕਿੱਦਾਂ ਮੰਨਣੀ ਆ ਉਹਦੇ ਬਾਰੇ ਸਾਨੂੰ ਇਹ ਸੋਚ ਵਿਚਾਰ ਕਰਨੀ ਚਾਹੀਦੀ ਆ। ਔਰ ਪਾਵਰ ਇਨ ਐਜੂਕੇਸ਼ਨ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆ, ਇਹਦੇ ਨਾਲ ਤਕਰੀਬਨ ਮੈਨੂੰ ਵੀ ਕਾਫੀ ਮੌਕਾ ਇਹਨਾਂ ਦੇ ਨਾਲ ਮੈਨੂੰ ਮਿਲਿਆ, ਕਿਉਂਕਿ ਇਹਨਾਂ ਨੇ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਉੱਥੇ ਵੀ ਇਹਨਾਂ ਨੇ ਪਾਵਰ ਐਜੂਕੇਸ਼ਨ ਨੇ ਬੜੇ ਸੰਵਿਧਾਨ ਦੀਆਂ ਜਿਹੜੀਆਂ ਬੁੱਕਸ ਸੀਗੀਆਂ ਉਹ ਵੀ ਬੜੇ ਵੱਡੇ ਪੱਧਰ 'ਤੇ ਇਹਨਾਂ ਨੇ ਉੱਥੇ ਡਿਸਟ੍ਰੀਬਿਊਟ ਕੀਤੀਆਂ। ਉਸ ਤੋਂ ਬਾਅਦ ਵਿੱਚ ਸੰਤ ਰਾਮਾਨੰਦ ਮਹਾਰਾਜ ਜੀ ਦੇ ਸ਼ਹੀਦੀ ਦਿਨ 'ਤੇ ਇਹਨਾਂ ਨੇ ਜਿਹੜੇ ਪਾਵਰ ਪਲਾਂਟ ਸੀਗੇ ਜਿਹੜੇ ਆਪਣੇ ਆਕਸੀਜਨ ਪੈਦਾ ਕਰਦੇ ਨੇ, ਉਹ ਪਲਾਂਟਸ ਵੀ ਇਹਨਾਂ ਨੇ ਡਿਸਟ੍ਰੀਬਿਊਟ ਬਹੁਤ ਵੱਡੇ ਪੱਧਰ 'ਤੇ ਕੀਤੇ ਆ। ਮੈਂ ਪਾਵਰ ਇਨ ਐਜੂਕੇਸ਼ਨ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ, ਮੈਂ ਇਹਨਾਂ ਦੇ ਸਾਰੇ ਕੰਟਰੀਜ਼ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਇੰਨਾ ਵੱਡਾ ਉਪਰਾਲਾ, ਮੈਂ ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਵਰਲਡ ਵਾਈਡ ਔਰ ਸ਼੍ਰੀ ਗੁਰੂ ਰਵਿਦਾਸ ਸਭਾ UAE ਸਭਾ ਨੇ ਜੋ ਮੈਨੂੰ ਪੰਜਾਬ ਦੀ ਨੁਮਾਇੰਦਗੀ ਦਿੱਤੀ ਹੈ, ਇਹਨਾਂ ਨੂੰ ਪਤਾ ਇਹਨਾਂ ਦੀ ਹਾਜ਼ਰੀ ਦੇ ਵਿੱਚ, ਔਰ ਐਜੂਕੇਸ਼ਨ ਤੇ ਜਿਹੜੀਆਂ ਬਾਹਰਲੀਆਂ ਸੰਸਥਾਵਾਂ ਬਹੁਤ ਵੱਡੇ ਪੱਧਰ 'ਤੇ ਕੰਮ ਕਰ ਰਹੀਆਂ। ਲੋੜ ਹੈ ਅੱਜ ਸਾਨੂੰ ਉਹਨਾਂ ਦਾ ਫਾਇਦਾ ਲੈਣ ਦੀ, ਕਿਉਂਕਿ ਪਾਵਰ ਇਨ ਐਜੂਕੇਸ਼ਨ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆ, ਇਹ ਐਜੂਕੇਸ਼ਨ ਵਾਸਤੇ ਬੱਚਿਆਂ ਨੂੰ ਪ੍ਰਮੋਟ ਕਰ ਰਹੀ ਹੈ। ਜਿਹੜੇ ਬੱਚੇ ਨਹੀਂ ਪੜ੍ਹ ਸਕਦੇ ਉਹਨਾਂ ਨੂੰ ਪੜ੍ਹਨ ਵਾਸਤੇ ਪ੍ਰੇਰਦੇ ਆ ਔਰ ਉਹਨਾਂ ਦੇ ਪੜ੍ਹਨ ਵਾਸਤੇ ਹੈਲਪ ਕਰਦੇ ਨੇ। ਇਸੇ ਤਰ੍ਹਾਂ ਹੀ ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਵਰਲਡ ਵਾਈਡ ਔਰ ਸ਼੍ਰੀ ਗੁਰੂ ਰਵਿਦਾਸ ਸਭਾ UAE ਜਿਹੜੇ ਸਾਂਝੇ ਤੌਰ 'ਤੇ ਕੰਮ ਕਰ ਰਹੇ, ਜਿਨ੍ਹਾਂ ਦੇ ਪ੍ਰਧਾਨ ਰਾਮਪਾਲ ਜੀ ਔਰ ਹਰਮੇਸ਼ ਮੈਮੀ ਜੀ ਇੰਗਲੈਂਡ ਦੇ ਵਿੱਚ ਬੈਠੇ ਨੇ, ਔਰ ਉਹ ਵੀ ਇਸ ਐਜੂਕੇਸ਼ਨ 'ਤੇ ਬੜੇ ਵੱਡੇ ਪੱਧਰ 'ਤੇ ਕੰਮ ਕਰ ਰਹੇ ਨੇ। ਬਾਹਰਲੀਆਂ ਆਰਗੇਨਾਈਜੇਸ਼ਨਾਂ ਦੇਖੋ, ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਜਿਹੜੇ ਸਾਡੇ ਵੀਰ ਵਿਦੇਸ਼ਾਂ ਦੇ ਵਿੱਚ ਬੈਠੇ ਨੇ, ਉਹ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਕਰ ਰਹੇ ਨੇ, ਔਰ ਉਸ ਕਿਰਤ ਕਮਾਈ ਦੇ ਵਿੱਚੋਂ ਆਪਣਾ ਹਿੱਸਾ ਕੱਢ ਕੇ ਸਾਡੇ ਸਮਾਜ ਵਾਸਤੇ ਜਿਹੜਾ ਪੇ ਬੈਕ ਟੂ ਸੁਸਾਇਟੀ ਉਹ ਖਰਚ ਕਰਦੇ ਨੇ। ਮੈਂ ਉਹਨਾਂ ਸਾਥੀਆਂ ਦਾ ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਭੈਣ ਜੀ ਕ੍ਰਾਂਤੀ, ਸਾਡੇ ਭੈਣ ਜੀ ਉਹਨਾਂ ਨੇ ਗੱਲ ਕੀਤੀ ਸੀ ਕਿ ਅਗਰ ਐਜੂਕੇਸ਼ਨ ਲੈ ਕੇ ਅਸੀਂ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ, ਇੱਕ ਤਰ੍ਹਾਂ ਅਸੀਂ ਇਲਿਟਰੇਟ ਹੈਗੇ ਆ, ਉਹ ਇੱਕ ਤਰ੍ਹਾਂ ਅਨਪੜ੍ਹਾਂ ਨਾਲੋਂ ਵੀ ਥੱਲੇ ਆ, ਜਿਹੜੇ ਕਿ ਐਜੂਕੇਸ਼ਨ ਲੈ ਕੇ ਉਹ ਆਪਣੇ ਘਰ ਦੇ ਦਰਵਾਜ਼ੇ ਬੰਦ ਕਰਕੇ ਘਰ ਵਿੱਚ ਬੈਠ ਗਏ ਨੇ। ਉਸ ਐਜੂਕੇਸ਼ਨ ਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ। ਆਪਣਾ ਫਾਇਦਾ ਤਾਂ ਉਹਨਾਂ ਨੇ ਲੈ ਲਿਆ, ਲੇਕਿਨ ਉਸ ਜਿਹੜੀ ਬਾਬਾ ਸਾਹਿਬ ਨੇ ਸਾਨੂੰ ਹੱਕ ਲੈ ਕੇ ਦਿੱਤੇ ਸੀ, ਉਸ ਹੱਕ 'ਤੇ ਅਸੀਂ ਐਜੂਕੇਸ਼ਨ ਪ੍ਰਾਪਤ ਕੀਤੀ, ਉਸ ਹੱਕ ਦਾ ਸਾਡੇ ਸਮਾਜ ਨੂੰ ਕੀ ਫਾਇਦਾ ਹੋਇਆ, ਇਹਦੇ ਬਾਰੇ ਵੀ ਸਾਨੂੰ ਸੋਚ ਵਿਚਾਰ ਕਰਨੀ ਪਊਗੀ। ਕਿਉਂਕਿ ਜਿਸ ਵੇਲੇ ਇਹ ਜਿਹੜੇ ਬਹੁਤ ਵੱਡੀਆਂ ਨੌਕਰੀਆਂ ਕਰਕੇ ਰਿਟਾਇਰਮੈਂਟਾਂ ਹੋ ਜਾਂਦੀਆਂ, ਉਸ ਤੋਂ ਬਾਅਦ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ, ਹਜ਼ਾਰਾਂ ਦੇ ਵਿੱਚ ਪੈਨਸ਼ਨਾਂ ਲੈ ਕੇ ਆਪਣੇ ਘਰਾਂ ਦੇ ਵਿੱਚ ਬੈਠ ਜਾਂਦੇ ਨੇ, ਆਪਣੇ ਘਰਾਂ ਤੱਕ ਸੀਮਿਤ ਰਹਿ ਜਾਂਦੇ ਨੇ। ਪਰ ਲੇਕਿਨ ਉਹ ਜਿਹੜੀ ਬਦੌਲਤ ਹੈ ਬਾਬਾ ਸਾਹਿਬ ਦੀ, ਉਹਨਾਂ ਦੇ ਬਾਬਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਆਪਾਂ ਉਹ ਨੌਕਰੀ ਪ੍ਰਾਪਤ ਕੀਤੀ ਹੁੰਦੀ ਹੈ, ਔਰ ਉਸ ਤੋਂ ਬਾਅਦ ਵਿੱਚ ਅਸੀਂ ਉਹ ਐਜੂਕੇਸ਼ਨ ਜਿਹੜੀ ਲੈ ਕੇ ਆਪਣੇ ਬੱਚਿਆਂ ਨੂੰ ਵੀ ਵੱਡੇ ਅਹੁਦਿਆਂ 'ਤੇ ਵਿਦੇਸ਼ਾਂ ਦੇ ਵਿੱਚ ਪੜ੍ਹਨ ਵਾਸਤੇ ਭੇਜ ਦਿੰਦੇ ਆ। ਪਰ ਉਹਨਾਂ ਦਾ ਸਾਡੇ ਸਮਾਜ ਨੂੰ ਜਿਹੜਾ ਦੱਬਿਆ ਕੁਚਲਿਆ ਸਮਾਜ ਆ, ਉਹਨੂੰ ਕੀ ਫਾਇਦਾ ਹੋਇਆ, ਉਹਦੇ ਬਾਰੇ ਵੀ ਸਾਨੂੰ ਸੋਚ ਵਿਚਾਰ ਕਰਨੀ ਪਊਗੀ। ਇਹ ਜਿਹੜੇ ਲੋਕ ਨੇ, ਇਹਨਾਂ ਨੂੰ ਵੀ ਪੇ ਬੈਕ ਟੂ ਸੁਸਾਇਟੀ ਵਿੱਚ ਕੰਮ ਕਰਨਾ ਚਾਹੀਦਾ ਹੈ। ਇਹਨਾਂ ਨੂੰ ਵੀ ਜਿਹੜੇ ਸਾਡੇ ਆਪਣੇ ਜਿਹੜੇ ਬੱਚੇ ਨੇ, ਉਹਨਾਂ ਨੂੰ ਪੜ੍ਹਾਈ ਵਾਸਤੇ ਆਪਣਾ ਜਿਹੜਾ ਬਣਦਾ ਯੋਗਦਾਨ ਹੈ ਉਹ ਪਾਉਣਾ ਚਾਹੀਦਾ ਆ। ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਡੇ ਭੈਣ ਜੀ ਪ੍ਰਿਆ ਬੰਗਾ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਪਾਵਰ ਇਨ ਐਜੂਕੇਸ਼ਨ ਜਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ, ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਡੇ ਦਿਲਬਾਗ ਸੱਲਣ ਜੀ ਜੋ BBC ਇੰਟਰਨੈਸ਼ਨਲ ਰੇਡੀਓ ਤੋਂ ਆਏ ਨੇ, ਔਰ ਜਸਵਿੰਦਰ ਬਲ ਜੀ ਏਕਤਾ TV ਤੋਂ ਆਏ ਨੇ। ਇਹਨਾਂ ਨੇ ਇਸ ਸਾਰੇ ਪ੍ਰੋਗਰਾਮ ਨੂੰ ਕਵਰ ਕਰਕੇ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਦਿਖਾਉਣਾ ਹੈ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ, ਔਰ ਜਿੰਨੇ ਵੀ ਸਾਡੇ ਬੀਬੀਆਂ ਭੈਣਾਂ ਇਸ ਪ੍ਰੋਗਰਾਮ ਨੂੰ ਸੁਣਨ ਵਾਸਤੇ ਆਈਆਂ, ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਖਾਸ ਕਰਕੇ ਮੈਂ ਪ੍ਰਿਆ ਬੰਗਾ ਜੀ ਦਾ ਬਹੁਤ ਧੰਨਵਾਦ ਕਰਦਾ, ਔਰ ਸਾਡੀ ਬੇਟੀ ਜਿਹੜੀ ਰਿਧੀ ਬੰਗਾ, ਇਹ ਐਡਵੋਕੇਟ ਆ, ਇਸ ਟਾਈਮ ਮਤਲਬ ਵਕੀਲ ਹੈ, ਇਹਨੇ ਐਜੂਕੇਸ਼ਨ ਲਈ ਹੈ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਮੈਂ ਤੁਹਾਨੂੰ ਇੱਕ ਇਹ ਵੀ ਗੱਲ ਦੱਸਣੀ ਚਾਹੁੰਦਾ ਕਿ ਮੇਰਾ ਤਕਰੀਬਨ ਇੱਥੇ
ਇਹੀ ਕੰਟਰੋਵਰਸੀ ਰਹਿੰਦੀ ਹੈ ਕਿ ਇਸ ਕੰਪਲੈਕਸ ਦੇ ਵਿੱਚ ਜਿਹੜੇ ਵੀ ਬੱਚੇ ਆਉਂਦੇ ਨੇ ਉਹ ਚੰਗੇ ਕੰਮਾਂ ਦੇ ਵਿੱਚ ਆਉਣ, ਮਾੜੇ ਕੰਮਾਂ 'ਚ ਨਾ ਲੱਗਣ, ਨਾ ਇੱਥੇ ਤਾਸ਼ ਖੇਡਣ, ਨਾ ਕੋਈ ਹੋਰ ਗਲਤ ਕੰਮ ਹੋਵੇ। ਕਿਉਂਕਿ ਸਾਡੇ ਮਨ ਵਿੱਚ ਇਹ ਦੁੱਖ ਹੈ ਕਿ ਸਾਡੇ ਬੱਚੇ ਜਿਹੜੇ ਆ ਉਹ ਐਜੂਕੇਸ਼ਨ ਪ੍ਰਾਪਤ ਕਰਕੇ ਵਧੀਆ ਅਹੁਦਿਆਂ 'ਤੇ ਲੱਗਣ ਔਰ ਵਧੀਆ ਉਹਨਾਂ ਦਾ ਜਿਹੜਾ ਲਾਈਫ ਜਿਹੜੀ ਅੱਗੇ ਵਧੀਆ ਹੋਣੀ ਚਾਹੀਦੀ ਹੈ। ਕਈ ਲੋਕ ਆਮ ਕਰਕੇ ਇਹ ਹੁੰਦਾ ਕਿ ਜੇ ਬੱਚੇ ਇਹ ਗਲਤ ਕੰਮ 'ਚ ਪਏ ਆ, ਚਲੋ ਚੰਗਾ ਸਮਾਂ ਆਮ ਕਰਕੇ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ ਉਹਨਾਂ ਦੀ ਇਹੀ ਸੋਚ ਹੁੰਦੀ ਆ ਕਿ ਅਗਰ ਅਸੀਂ ਇਹਨਾਂ ਨੂੰ ਗਲਤ ਕੰਮਾਂ ਵਿੱਚ ਲਾਵਾਂਗੇ ਤੇ ਤਦ ਹੀ ਇਹ ਸਾਨੂੰ ਲੋਕ ਪੁੱਛਣਗੇ। ਪਰ ਸਾਡੀ ਜਿਹੜੀ ਮਨੋਦਸ਼ਾ ਹੈ, ਸਾਡਾ ਜਿਹੜਾ ਵਿਚਾਰ ਆ, ਸਾਡੇ ਇਹ ਹੁੰਦੇ ਆ ਕਿ ਸਾਡੇ ਸਮਾਜ ਦੇ ਜਿਹੜੇ ਲੋਕ ਨੇ, ਸਾਡੇ ਸਮਾਜ ਦੇ ਨੌਜਵਾਨ ਨੇ, ਉਹ ਪੜ੍ਹ ਲਿਖ ਕੇ ਚੰਗੇ ਕੰਮਾਂ ਕਾਰਾਂ 'ਤੇ ਲੱਗਣ ਔਰ ਚੰਗੀ ਐਜੂਕੇਸ਼ਨ ਲੈਣ। ਇਸ ਕਰਕੇ ਸਾਡਾ ਹਮੇਸ਼ਾ ਇਹੀ ਸਾਡਾ ਏਮ ਹੁੰਦਾ ਹੈ। ਔਰ ਦੂਸਰੀ ਗੱਲ ਇਹ ਹੈ, ਜਿਹੜੀ ਐਜੂਕੇਸ਼ਨ ਹੈ ਤੁਹਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ, ਤੁਹਾਡੇ ਕੋਲੋਂ ਕੋਈ ਚੁਰਾ ਨਹੀਂ ਸਕਦਾ। ਮੈਂ ਇੱਕ ਛੋਟੀ ਜਿਹੀ ਆਪਣੀ ਉਦਾਹਰਨ ਦੇ ਰਿਹਾ ਕਿ ਜਿਸ ਵੇਲੇ ਮੈਂ 2006 ਦੇ ਵਿੱਚ ਮੈਂ ਐਸਐਮ ਨੰਬਰਦਾਰ ਵੀ ਹਾਂ ਅਤੇ ਮੇਰੀ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਸੀ। ਤਾਂ ਜਿਸ ਵੇਲੇ ਮੈਂ ਅਪਲਾਈ ਕੀਤਾ ਅਤੇ ਜਿਹੜੇ ਮੇਰੇ ਨਾਲ ਦੇ ਸੀਗੇ ਉਹ ਮੇਰੇ ਤੋਂ ਸਾਰੇ ਘੱਟ ਐਜੂਕੇਸ਼ਨ ਵਾਲੇ ਸੀਗੇ, ਕਿਉਂਕਿ ਮੈਰਿਟ ਦੇ ਹਿਸਾਬ ਨਾਲ ਕਿ ਮੇਰੀ ਐਜੂਕੇਸ਼ਨ ਜ਼ਿਆਦਾ ਹੋਣ ਕਰਕੇ ਤਾਂ ਮੈਨੂੰ ਉਹਨਾਂ ਨੇ ਨੋਮੀਨੇਟ ਕਰ ਦਿੱਤਾ। ਇਸੇ ਤਰ੍ਹਾਂ ਹੋਰ ਵੀ ਜਿਹੜੀ ਐਜੂਕੇਸ਼ਨ ਹੈ ਨਾ, ਜਿੰਨੀ ਤੁਹਾਡੀ ਐਜੂਕੇਸ਼ਨ ਹੋਊਗੀ ਉਨੀ ਤੁਹਾਨੂੰ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਊਗੀ। ਇਸ ਕਰਕੇ ਐਜੂਕੇਸ਼ਨ ਜਿਹੜੀ ਆ ਹੋਣੀ ਬਹੁਤ ਜ਼ਰੂਰੀ ਆ। ਐਜੂਕੇਸ਼ਨ ਜਿਹੜੀ ਆ ਤੁਹਾਡੀ ਕੋਈ ਕਿਸੇ ਤੁਹਾਡੇ ਤੋਂ ਖੋਹ ਨਹੀਂ ਸਕਦਾ, ਤੁਹਾਡੇ ਤੋਂ ਕੋਈ ਚੁਰਾ ਨਹੀਂ ਸਕਦਾ। ਐਜੂਕੇਸ਼ਨ ਤੁਹਾਡੀ ਕਦੀ ਵੀ ਤੁਹਾਡੇ ਕੰਮ ਆ ਸਕਦੀ ਹੈ, ਚਾਹੇ ਤੁਸੀਂ 50 ਸਾਲ ਦੇ ਹੋ ਜਾਓ, ਚਾਹੇ ਤੁਸੀਂ 100 ਸਾਲ ਦੇ ਵੀ ਹੋ ਜਾਓ, ਤੁਹਾਡੀ ਐਜੂਕੇਸ਼ਨ ਜਿਹੜੀ ਆ, ਤੁਹਾਡੀ ਪੜ੍ਹਾਈ ਆ, ਤੁਹਾਡੇ ਕੋਲ ਹੀ ਰਹਿਣੀ ਹੈ। ਇਸ ਕਰਕੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਾਵਰਨ ਐਜੂਕੇਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦਾ, ਜਿਨ੍ਹਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਔਰ ਬੱਚਿਆਂ ਦਾ ਹੌਸਲਾ ਅਫਜ਼ਾਈ ਕਰਨ ਵਾਸਤੇ ਆਏ ਆ। ਔਰ ਬੁੱਕਸ ਵੀ ਇਹਨਾਂ ਨੇ ਇਸ ਲਾਇਬ੍ਰੇਰੀ ਵਾਸਤੇ ਦਿੱਤੀਆਂ ਨੇ ਔਰ ਬੱਚਿਆਂ ਦਾ ਵੀ ਹੌਸਲਾ ਅਫਜ਼ਾਈ ਕਰਨ ਵਾਸਤੇ ਇਹਨਾਂ ਨੂੰ ਬੁੱਕਸ ਦੇਣੀਆਂ ਨੇ। ਮੈਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਜੈ ਭੀਮ, ਜੈ ਭਾਰਤ, ਜੈ ਕੋਟ ਕਲਾਂ ਵਿੱਚ ਪਾਵਰ ਇਨ ਐਜੂਕੇਸ਼ਨ ਵਰਲਡ ਆਰਗੇਨਾਈਜੇਸ਼ਨ ਵੱਲੋਂ ਜਿਹੜੀਆਂ ਕਿਤਾਬਾਂ ਇੱਥੇ ਦਿੱਤੀਆਂ ਜਾ ਰਹੀਆਂ, ਉਹ ਇੱਕ ਸ਼ਲਾਘਾਯੋਗ ਉਪਰਾਲਾ ਹੈ। ਸਾਥੀਓ, ਪਾਵਰ ਇਨ ਐਜੂਕੇਸ਼ਨ ਕੀ ਆ? ਜਿੰਨੇ ਵੀ ਮੇਰੇ ਸਾਥੀ ਬੈਠੇ ਨੇ, ਮੇਰੀਆਂ ਭੈਣਾਂ, ਮੇਰੇ ਬਜ਼ੁਰਗ, ਮੇਰੇ ਬੱਚਿਓ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਫਤਿਹ ਬੁਲਾਵਾਂਗਾ। ਜੈ ਭੀਮ, ਜੈ ਸੰਵਿਧਾਨ। ਪਾਵਰ ਇਨ ਐਜੂਕੇਸ਼ਨ ਲੱਖਾਂ ਸਦੀਆਂ ਤੋਂ ਗੁਲਾਮ ਸਾਡੇ ਲੋਕਾਂ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਇੱਕ ਇਸ ਤਰ੍ਹਾਂ ਦਾ ਹਥਿਆਰ ਦਿੱਤਾ ਕਿ ਅੱਜ ਅਸੀਂ ਮਨੂਵਾਦ, ਬ੍ਰਾਹਮਣਵਾਦ, ਜਿਹੜੀ ਆਰਥਿਕ ਬਰਾਬਰੀ ਦਾ ਜਿਹੜਾ ਸੰਘਰਸ਼ ਸੀਗਾ, ਉਹਨੂੰ ਅੱਗੇ ਵਧਾਉਣ ਨੂੰ ਸਾਨੂੰ ਇੱਕ ਹਥਿਆਰ ਦਿੱਤਾ, ਜਿਸ ਨੂੰ ਅਸੀਂ ਸੰਵਿਧਾਨ ਦੇ ਰੂਪ ਵਿੱਚ ਦੇਖਦੇ ਹਾਂ। ਸਾਥੀਓ, ਸੰਵਿਧਾਨ ਇੱਕ ਇਸ ਤਰ੍ਹਾਂ ਦਾ ਹਥਿਆਰ ਦਿੱਤਾ ਬਾਬਾ ਸਾਹਿਬ ਨੇ, ਜਿਹੜਾ ਅਸੀਂ ਮੋੜ ਨਹੀਂ ਕਿਸ ਤਰ੍ਹਾਂ ਵੀ ਨਹੀਂ ਮੋੜ ਸਕਦੇ। ਗੱਲ ਇੱਥੇ ਆ ਕਿ ਜਿਸ ਤਰ੍ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ 4 ਬੱਚਿਆਂ ਦੀ ਕੁਰਬਾਨੀ ਆਪਣੇ ਸਮਾਜ ਲਈ ਦਿੱਤੀ, ਇਸ ਤਰ੍ਹਾਂ ਹੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਆਪਣੇ 4 ਬੱਚੇ ਸਾਡੇ ਸਮਾਜ ਲਈ ਕੁਰਬਾਨ ਕੀਤੇ, ਨਾ ਕਿ ਆਪਣੇ ਲਈ। ਸਾਡੇ ਬੱਚੇ ਦੇ ਕਿਸੇ ਨੇ ਮਨ ਨਹੀਂ ਸਭ ਪੜ੍ਹੇ, ਪਰ ਅਸੀਂ ਕਿਉਂ ਨਹੀਂ ਪੜ੍ਹਦੇ ਆ? ਉਹਨਾਂ ਦੇ ਬੱਚੇ ਉਹਨਾਂ ਦੀ ਅੱਖਾਂ ਸਾਹਮਣੇ ਆਪਣੀ ਜਾਨ ਦੇ ਗਏ, ਫਿਰ ਵੀ ਸਾਡੇ ਲੋਕ ਇੰਨੇ ਬੇਗੈਰਤ ਨਿਕਲੇ ਕਿ ਉਹਨਾਂ ਦਾ ਉਹਨੇ ਮੁੱਲ ਨਹੀਂ ਮੋੜਿਆ। ਬਾਬਾ ਸਾਹਿਬ ਨੇ 12 ਇਸ ਤਰ੍ਹਾਂ ਦੇ ਸਟੂਡੈਂਟ ਬਾਹਰ ਪੜ੍ਹਨ ਲਈ ਭੇਜੇ, ਜਿਨ੍ਹਾਂ ਨੂੰ ਕਹਿੰਦੇ ਸੀ ਕਿ ਸਾਡੇ ਮੈਂ ਇੱਕ ਪੜ੍ਹ ਲਿਖ ਕੇ ਇੱਕ ਸੰਵਿਧਾਨ ਦੇ ਚੱਲਿਆ। ਜਿਹੜੇ ਲੱਖਾਂ ਸ਼ਾਸਤਰ ਸੀ ਬ੍ਰਾਹਮਣਵਾਦੀ, ਜਿਹੜੇ ਆਰਥਿਕ ਨਾਬਰਾਬਰੀ ਸੀ ਸਾਡੇ ਲੋਕਾਂ ਨਾਲ, ਕਹਿੰਦੇ ਮੈਂ ਕਿਸ ਤਰ੍ਹਾਂ ਦਾ ਸੰਵਿਧਾਨ ਦੇ ਚੱਲਿਆ ਜਿਹਦੇ ਨਾਲ ਦੇਖੋ ਉਹਨਾਂ ਦੇ ਹਜ਼ਾਰਾਂ ਗ੍ਰੰਥ ਜਿਹੜੇ ਮਾਨਸਿਕ ਗੁਲਾਮੀ ਨਾਲ ਪੈਦਾ ਕਰਦੇ ਸੀ, ਉਹਨਾਂ ਨੇ ਇੱਕ ਸ਼ਾਸਤਰ ਨਾਮ ਨਹੀਂ ਖਤਮ ਕਰ ਦਿੱਤਾ। ਉਹ ਸੰਵਿਧਾਨ ਸੀਗਾ। ਅੱਜ ਦੇ ਸਮੇਂ ਵਿੱਚ ਉਹ ਸਰਕਾਰਾਂ, ਮਨੂਵਾਦੀ ਸਰਕਾਰਾਂ ਸਾਡੇ ਸੰਵਿਧਾਨ ਹੀ ਹੋਣਾ ਚਾਹੁੰਦੀਆਂ ਨੇ। ਉਹਦੇ ਲਈ ਉਹਨਾਂ ਦਿਨ ਰਾਤ ਇੱਕ ਪਲੈਨਿੰਗ ਚੱਲ ਰਹੀ ਹੈ ਕਿ ਕੁਛ ਆਦਿਆ ਬਾਰੇ ਤੁਸੀਂ ਜਾਣੋ। ਮੈਂ ਇੱਥੇ ਇਹ ਗੱਲ ਕਹਾਂਗਾ, ਜਿਸ ਤਰ੍ਹਾਂ ਬਾਬਾ ਸਾਹਿਬ ਦੀ ਕੁਰਬਾਨੀ ਦਾ ਮੁੱਲ ਮੋੜਨਾ ਹੈ ਤਾਂ ਸਾਨੂੰ ਆਪਣੇ ਸਮਾਜ ਨੂੰ ਯੂਨਾਈਟ ਇਕੱਠੇ ਕਰਕੇ ਸੰਘਰਸ਼ ਕਰਨਾ ਚਾਹੀਦਾ ਆ। ਉਹ ਚਾਹੇ ਕਿਸੇ ਵੀ ਪਾਰਟੀ ਦੇ ਥਰੂ ਤੁਸੀਂ ਲੜ ਸਕਦੇ ਆ, ਹਰੇਕ ਦਾ ਆਪਣਾ ਆਪਣਾ ਵਿਚਾਰ ਹੈ ਵੀ ਉਹ ਤੁਸੀਂ ਸੋਚਣਾ ਕਿ ਕਿਹੜੀ ਪਾਰਟੀ ਤੁਹਾਨੂੰ ਕਿੱਥੇ ਤੱਕ ਲਿਜਾ ਸਕਦੀ ਹੈ, ਤੁਹਾਡੇ ਸਮਾਜ 'ਚ ਲੜਾਈ ਕਰ ਸਕਦੀ ਹੈ। ਮੈਂ ਤਾਂ ਕਿਉਂਕਿ ਇੱਕ ਸੋਸ਼ਲ ਕਾਰਜਕ੍ਰਮ, ਮੈਂ ਕਿਸੇ ਪਾਰਟੀ ਦਾ ਜ਼ਿਕਰ ਨਹੀਂ ਕਰਾਂਗਾ, ਤਾਂ ਮੈਂ ਆਪਣੀ ਗੱਲ ਇੱਥੇ ਖਤਮ ਕਰਨੀ ਚਾਹੁੰਦਾ।
ਕਿ ਜਿੰਨੇ ਮੇਰੀਆਂ ਭੈਣਾਂ, ਮੇਰੇ ਬਜ਼ੁਰਗ, ਮੇਰੀਆਂ ਭੈਣਾਂ ਜਿਨ੍ਹਾਂ ਨੇ ਉਪਰਾਲਾ ਕੀਤਾ, ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣ ਨਾਲ ਹੀ ਸਮਾਜ ਨੂੰ ਸੇਧ ਆਉਣ ਵਾਲੇ ਸਮਿਆਂ 'ਚ ਕਿਸ ਤਰ੍ਹਾਂ ਹੀ ਚੱਲਣਾ ਆ, ਕਿ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਯੂਨਾਈਟ ਕਰਨਾ, ਕਿ ਮਾੜੇ ਕੰਮਾਂ ਤੋਂ ਬਚ ਕੇ ਤੁਸੀਂ ਪੜ੍ਹਾਈ ਦੀ ਪਾਵਨ ਨੂੰ ਕਿਸ ਤਰ੍ਹਾਂ ਜਾਣਨਾ ਆ, ਤਾਂ ਜੋ ਆਪਣੇ ਸਮਾਜ ਨੂੰ ਸੇਧ ਦੇ ਸਕੀਏ। ਸਾਥੀਓ, ਜਿਹੜੇ ਬੱਚੇ ਬੈਠੇ ਨੇ ਸਾਡਾ ਕੱਲ੍ਹ ਦਾ ਭਵਿੱਖ ਨੇ। ਸਾਡੀ ਜ਼ਿੰਦਗੀ ਦਾ ਜਿਸ ਤਰ੍ਹਾਂ ਨਿਕਲ ਗਈ ਆ, ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਜ਼ਿੰਦਗੀ ਦੇ ਜਾਏ ਕਿ ਆਉਣ ਵਾਲੇ ਸਮੇਂ 'ਚ ਕਹਿਣ ਕਿ ਅਸੀਂ ਬਾਬਾ ਸਾਹਿਬ ਦਾ ਥੋੜ੍ਹਾ ਜਿਹਾ ਦਿਨ ਵਾਪਸ ਕਰ ਦਿੱਤਾ, ਤਾਂ ਜੋ ਆਉਣ ਵਾਲਾ ਸਮਾਜ ਬਾਬਾ ਸਾਹਿਬ ਦੀ ਦਿੱਤੀ ਕੁਰਬਾਨੀ ਨੂੰ ਉਹਦੀ ਕਦਰ ਕਰ ਸਕੇ ਅਤੇ ਸਾਡੇ ਸਮਾਜ ਨੂੰ ਅੱਗੇ ਵਧਾ ਸਕੇ। ਸਾਥੀਓ, ਗੱਲਾਂ ਤਾਂ ਬਹੁਤ ਨੇ, ਪਰ ਮੇਰੀਆਂ ਭੈਣਾਂ ਸਾਰੀਆਂ ਗੱਲਾਂ ਤਕਰੀਬਨ ਕਰ ਹੀ ਗਈਆਂ ਨੇ। ਇੱਥੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੀ ਐਜੂਕੇਸ਼ਨ ਆ, ਉਹ ਇੱਕ ਛੇ ਨਹੀਂ ਦਾ ਦੁੱਧ ਹੈ ਕਿ ਜਿਹੜਾ ਪੀਊਗਾ ਉਹ ਦਹਾੜੂਗਾ ਜ਼ਰੂਰ, ਕਿਉਂਕਿ ਜਦੋਂ ਬੰਦਾ ਦਹਾੜਦਾ ਹੋਵੇ, ਜਿਹਨੂੰ ਸਿੱਖਿਆ ਪ੍ਰਾਪਤ ਹੋਵੇ, ਜਿਹਨੂੰ ਪਤਾ ਹੋਵੇ ਆਪਣੇ ਅਧਿਕਾਰ ਕੀ ਨੇ, ਸਾਨੂੰ ਆਪਣੇ ਅਧਿਕਾਰਾਂ ਦਾ ਨਹੀਂ ਪਤਾ ਹੋਵੇਗਾ ਅਸੀਂ ਕਿੱਦਾਂ ਲੜਾਂਗੇ। ਇਸ ਕਰਕੇ ਬੱਚਿਆਂ ਨੂੰ ਪੜ੍ਹਾਓ, ਵੱਧ ਤੋਂ ਵੱਧ ਪੜ੍ਹਾਓ, ਤਾਂ ਜੋ ਆਉਣ ਵਾਲੇ ਸਮੇਂ 'ਚ ਆਪਣਾ ਚੰਗਾ ਮਾੜਾ ਸੋਚ ਸਕਣ ਅਤੇ ਆਉਣ ਵਾਲੇ ਸਮਾਜ ਨੂੰ ਨਵੀਂ ਸੇਧ ਦੇ ਸਕਣ। ਇਹਨਾਂ ਗੱਲਾਂ ਨਾਲ ਮੈਂ ਜਮਾ ਦਾ ਜੱਜ ਗਿਆ, ਕੋਈ ਗਲਤ ਗੱਲ ਬੋਲ ਗਿਆ ਉਹਨਾਂ ਨੂੰ ਜਮਾ ਦਾ ਜੱਜ ਗਿਆ। ਜੈ ਭੀਮ, ਜੈ ਭਾਰਤ। ਸਾਰਿਆਂ ਤੋਂ ਮਾਫੀ ਮੰਗਦੀ ਜੇ ਕੋਈ ਵੱਧ ਘੱਟ ਬੋਲ ਹੁੰਦੀਆਂ ਉਹਨੇ ਨਾ, ਕਿਉਂਕਿ ਮੈਂ ਨਾ ਇੱਕ ਕੋਈ ਟੀਚਰ ਹੈ ਅਤੇ ਨਾ ਮੈਂ ਕੋਈ ਵਕਤ ਆ, ਇਸ ਲਈ ਸਾਰੇ ਪਹਿਲਾਂ ਹੀ ਖਿਮਾ ਕਰ ਦਿੰਦੇ। ਜਿੱਦਾਂ ਹੁਣ ਅਸੀਂ ਅੱਜ ਇਹ ਪ੍ਰੋਗਰਾਮ ਰੱਖਿਆ ਅਨਾਊਂਸਮੈਂਟ ਮਿਊਜ਼ਿਕ ਗੁਰਦੁਆਰੇ, ਪਰ ਫਿਰ ਵੀ ਮੈਂ ਦੇਖਿਆ ਕਿ ਮਤਲਬ ਬਹੁਤ ਘੱਟ ਜਿਹੜਾ ਸਾਡਾ ਯੂਥ ਆ ਉਹ ਇੱਥੇ ਆਇਆ, ਕਿਉਂਕਿ ਉਹ ਮਤਲਬ ਨਹੀਂ ਰੱਖਦੇ ਇਸ ਗੱਲ ਨੂੰ ਵੀ ਅਸੀਂ ਜਾ ਕੇ ਮਤਲਬ ਕਿਹਦੇ ਲਈ ਲੜਨਾ। ਮੈਂ ਇਹ ਨਹੀਂ ਕਹਿ ਰਹੀ ਤੁਸੀਂ ਆਓ ਸਮਾਜ ਲਈ ਲੜੋ, ਤੁਸੀਂ ਆਪਣੇ ਲਈ ਲੜੋ, ਠੀਕ ਹੈ। ਜਦੋਂ ਤੁਸੀਂ ਆਪਣੇ ਲਈ ਲੜੋਗੇ, ਆਪਣੇ ਘਰਾਂ ਤੋਂ ਲੜੋਗੇ, ਉਹ ਇੱਕ ਸਾਰਾ ਸਮਾਜ ਬਣ ਜਾਊਗਾ। ਸਾਰੇ ਲੋਕ ਇਸ ਲਈ ਨਹੀਂ ਆਉਂਦੇ ਅੱਗੇ ਕਿਉਂਕਿ ਉਹਨੂੰ ਲੱਗਦਾ ਮੈਂ ਕਿਉਂ ਜਾਵਾਂ, ਇਹ ਇਹਦੀ ਲੜਾਈ ਆ, ਪਰ ਇਹ ਨਹੀਂ ਪਤਾ ਕੱਲ੍ਹ ਨੂੰ ਉਹ ਸਾਡੇ 'ਤੇ ਵੀ ਵਾਰੀ ਆਈ ਹੈ ਨਾ। ਇਹ ਲਈ ਮੇਰੀ ਸਾਰਿਆਂ ਦੀ ਇਹੀ ਬੇਨਤੀ ਆ, ਜ਼ਰੂਰੀ ਨਹੀਂ ਕਿ ਅਸੀਂ ਇਸ ਪਿੰਡ ਦੇ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨਾ ਚਾਹੀਦਾ। ਜੇ ਤੁਹਾਡਾ ਕੋਈ ਰਿਸ਼ਤੇਦਾਰ ਵੀ ਆ ਜਿਹੜਾ ਨਹੀਂ ਮਤਲਬ ਬੱਚਾ ਪੜ੍ਹ ਸਕਦਾ, ਫੀਸਾਂ ਨਹੀਂ ਦੇ ਸਕਦਾ, ਕਿਤਾਬਾਂ ਨਹੀਂ ਲੈ ਸਕਦਾ, ਉਹਦੇ ਲਈ ਵੀ ਸਾਡੀ ਆਰਗੇਨਾਈਜੇਸ਼ਨ ਕੰਮ ਕਰੂਗੀ। ਅਤੇ ਮੈਂ ਤੁਹਾਡੇ ਸਾਰੇ ਤੋਂ ਆਸ ਕਰਦੀ ਹਾਂ ਜਿੰਨੇ ਵੀ ਲੋਕ ਆਏ ਆ ਉਹ ਸਾਰੇ ਜਾਣੇ ਇਸ ਗੱਲ ਨੂੰ ਆਪਣੇ ਰਿਸ਼ਤੇਦਾਰਾਂ ਤੱਕ ਜ਼ਰੂਰ ਪਹੁੰਚਾਉਣਗੇ ਕਿ ਜੇ ਕਿਸੇ ਨੂੰ ਲੋੜ ਆ ਉਹ ਸਾਡੇ ਨਾਲ ਕੰਟੈਕਟ ਕਰ ਸਕਦੇ। ਸਾਡੇ ਨੰਬਰ ਉਹ ਬੈਨਰ ਦੇ ਉੱਤੇ ਹੈਗੇ ਆ। ਜੇ ਕਿਸੇ ਕੋਲ ਨਹੀਂ ਵੀ ਨੰਬਰ, ਰਿੱਧੀ ਬਾਬਾ ਮੈਮ ਜੀ ਨੂੰ ਸੰਪਰਕ ਕਰ ਸਕਦੇ। ਬਾਕੀ ਨਾ ਮੈਂ ਭੀਮ ਜੀ ਬਾਰੇ ਬਾਹਲਾ ਪੜ੍ਹਿਆ ਆ ਅਤੇ ਮਤਲਬ ਉਹਨਾਂ ਦੀ ਇੱਕ ਹੀ ਗੱਲ ਮੈਂ ਉੱਤੇ ਮਤਲਬ ਇਹੋ ਹੀ ਗੌਰ ਕਰਨਾ ਚਾਹੁੰਦੀ ਹਾਂ ਵੀ ਉਹਨਾਂ ਨੇ ਇਹ ਕਿਹਾ ਵੀ ਪੜ੍ਹੋ ਕਿਹਦੇ ਲਈ? ਆਪਣੇ ਲਈ। ਆਪਾਂ ਪੜ੍ਹਾਂਗੇ ਤਾਂ ਇੱਕ ਸਮਾਜ ਪੜ੍ਹ ਜੂਗਾ। ਜਿਹੜੀ ਔਰਤ ਹੈ ਉਹ ਸਭ ਤੋਂ ਵੱਡਾ ਜਿਹੜਾ ਯੋਗਦਾਨ ਪਾਉਂਦੀ ਆ ਸਾਡੇ ਸਮਾਜ ਵਿੱਚ, ਕਿਉਂਕਿ ਇੱਕ ਆਦਮੀ ਪੜ੍ਹੂਗਾ ਉਹ ਸਿਰਫ ਉਹਦੇ 'ਤੇ ਹੀ ਰਹੂਗਾ, ਉਹ ਲਿਮਿਟਡ ਰਹੂਗਾ। ਪਰ ਜਦੋਂ ਇੱਕ ਔਰਤ ਪੜ੍ਹਦੀ ਆ ਤਾਂ ਉਹ ਸਾਰਾ ਇੱਕ ਘਰ ਪੜ੍ਹਦਾ, ਉਹਦੇ ਬੱਚੇ, ਉਹਦੀਆਂ ਮਤਲਬ ਕਿੰਨੀਆਂ ਜ਼ਿੰਮੇਵਾਰੀਆਂ ਹੈ। ਜਦੋਂ ਉਹ ਜ਼ਿੰਮੇਵਾਰੀਆਂ ਉਹਨਾਂ ਨੂੰ ਹੋਰ ਜ਼ਿਆਦਾ ਚੰਗੇ ਤਰੀਕੇ ਨਾਲ ਮਤਲਬ ਵੀ ਕਰ ਸਕੂਗੀ, ਸਮਝ ਸਕੂਗੀ ਸਮਾਜ ਨੂੰ। ਜ਼ਰੂਰੀ ਨਹੀਂ ਵੀ ਮਤਲਬ ਜੇ ਤੁਸੀਂ ਪੜ੍ਹਨਾ ਆ ਉਹ ਮਤਲਬ ਪੜ੍ਹ ਕੇ ਕੋਈ ਨੌਕਰੀ ਕਰਨੀ ਹੈ। ਜੇ ਪੜ੍ਹ ਕੇ ਤੁਸੀਂ ਇੱਕ ਬੱਚੇ ਨੂੰ ਵੀ ਸੁਧਾਰ ਦਿੱਤਾ, ਉਹ ਤੁਹਾਡੀ ਪੜ੍ਹਾਈ ਜਿਹੜੀ ਆ ਉਹ ਕਾਮਯਾਬ ਹੋ ਜਾਊਗੀ। ਬਸ ਮੈਂ ਜੀ ਇੰਨਾ ਹੀ ਕਹਿਣਾ ਚਾਹੁੰਦੀ ਹਾਂ। ਥੈਂਕ ਯੂ। ਜੈ ਭੀਮ, ਜੈ ਭਾਰਤ। ਇਹ ਬੂਟਾ ਸਾਡੇ ਘਰ ਤੋਂ ਸ਼ੁਰੂ ਤੋਂ ਹੀ ਲੱਗਿਆ ਆ ਔਰ ਮੈਂ ਚਾਹੁੰਦੀ ਹਾਂ ਕਿ ਮਾਵਾਂ ਹੋਣ ਤਾਂ ਇੱਦਾਂ ਦੀਆਂ ਹੋਣ ਕਿ ਜਿਨ੍ਹਾਂ ਦੇ ਬੱਚੇ ਜਿਹੜੇ ਆ ਉਹ ਵੱਡੇ ਵੱਡੇ ਲੀਡਰ ਬਣ ਕੇ ਸਟੇਜਾਂ ਤੋਂ ਖੜ੍ਹ ਕੇ ਸਮਾਜ ਨੂੰ ਸੇਧ ਦੇ ਸਕਣ, ਸਮਾਜ ਨੂੰ ਇੱਕ ਸਹੀ ਰਾਹ ਦਿਖਾ ਸਕਣ, ਸਮਾਜ ਨੂੰ ਸਾਡੇ ਰਹਿਬਰਾਂ ਦੀ ਸੋਚ ਦੇ ਨਾਲ ਜੋੜ ਸਕਣ। ਮਾਵਾਂ ਦਾ ਕਿੰਨਾ ਵੱਡਾ ਯੋਗਦਾਨ ਹੁੰਦਾ ਆ ਇੱਕ ਸਮਾਜ ਸੁਧਾਰਨ ਦੇ ਵਿੱਚ, ਇੱਕ ਪਰਿਵਾਰ ਸੁਧਾਰਨ ਦੇ ਵਿੱਚ ਔਰ ਬੱਚਿਆਂ ਨੂੰ ਸਹੀ ਸੇਧ ਦੇਣ ਦੇ ਵਿੱਚ। ਇਹ ਅਸੀਂ ਔਰਤਾਂ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਆ। ਮੈਨੂੰ ਉਮੀਦ ਹੈ ਕਿ ਸਾਰੀਆਂ ਔਰਤਾਂ ਆਪਣੇ ਬੱਚਿਆਂ ਨੂੰ ਜਿਹੜਾ ਆ ਉਹ ਪਖੰਡਾਂ ਦੀ ਬਜਾਏ ਉਹ ਸਾਡੇ ਰਹਿਬਰਾਂ ਦੀ ਸੋਚ ਦੇ ਨਾਲ ਜੋੜਨ। ਮੈਂ ਮੇਰੀ ਮੌਮ ਨੂੰ ਕਦੇ ਥੈਂਕਸ ਨਹੀਂ ਕਿਹਾ, ਮੈਂ ਅੱਜ ਮੌਮ ਨੂੰ ਥੈਂਕਸ ਕਹਿੰਦੀ ਹਾਂ ਕਿ ਜਿਨ੍ਹਾਂ ਦੀ ਬਦੌਲਤ ਮੈਂ ਅੱਜ ਖੜੀ ਹਾਂ, ਬੋਲ ਰਹੀ ਹਾਂ ਔਰ ਕੁਝ ਕਰਨ ਦੇ ਲਈ ਔਰ ਪੜ੍ਹ ਕੇ ਜੇ ਥੋੜ੍ਹਾ ਸਮਾਜ ਨੂੰ ਵਾਪਸ ਦੇ ਰਹੇ ਹਾਂ, ਬਾਬਾ ਸਾਹਿਬ ਦੇ ਮਿਸ਼ਨ ਨੂੰ ਵਾਪਸ ਥੋੜ੍ਹਾ ਮੋੜਨ ਦੀ ਕੋਸ਼ਿਸ਼ ਕਰ ਰਹੇ ਹਾਂ, ਤਾਂ ਮੇਰੀ ਮਾਂ ਦਾ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ
ਮੰਮਾ ਸਤਨਾਮ ਕੌਰ ਜੀ। ਸਾਰਿਆਂ ਨੂੰ ਮੇਰੇ ਵੱਲੋਂ ਜੈ ਭੀਮ, ਜੈ ਜੈ ਭਾਰਤ, ਜੈ ਜੈ ਸੰਵਿਧਾਨ। ਸੰਵਿਧਾਨ। ਅੱਜ ਸਾਡੇ ਪਿੰਡ ਪਾਵਰਿੰਗ ਐਜੂਕੇਸ਼ਨ ਦੇ ਮੈਂਬਰ ਆਏ ਆ। ਬਹੁਤ ਬਹੁਤ ਧੰਨਵਾਦ ਇਹਨਾਂ ਦਾ ਪਹਿਲੀ ਗੱਲ ਤਾਂ ਇਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਔਰ ਇਹਨਾਂ ਨੇ ਐਜੂਕੇਸ਼ਨ ਨੂੰ ਪਹਿਚਾਣਿਆ ਇਸੇ ਕਰਕੇ ਪਾਵਰਿੰਗ ਐਜੂਕੇਸ਼ਨ। ਪਾਵਰ ਦਾ ਮਤਲਬ ਹੁੰਦਾ ਸ਼ਕਤੀ। ਐਜੂਕੇਸ਼ਨ ਦੇ ਵਿੱਚ ਕਿਹੜੀ ਸ਼ਕਤੀ ਆ ਉਹ ਇਹਨਾਂ ਨੂੰ ਪਤਾ ਆ ਔਰ ਇਹਨਾਂ ਨੇ ਪਿੰਡ ਪਿੰਡ ਦੇ ਵਿੱਚ ਜਾ ਕੇ ਔਰ ਜਿਹੜੇ ਬੱਚੇ ਬਾਹਰ ਬੈਠੇ ਇਹਨਾਂ ਨੂੰ ਸਪੋਰਟ ਕਰਦੇ ਪਏ ਆ। ਮਤਲਬ ਮੈਂ ਕਹਿੰਦੀ ਵੀ ਉਹਨਾਂ ਧੰਨ ਆ ਉਹ ਮਾਮਾ ਜਿਨ੍ਹਾਂ ਨੇ ਉਹ ਬੱਚੇ ਪੈਦਾ ਕੀਤੇ ਆ। ਇੱਕ ਤਾਂ ਉਹ ਆਪਣੇ ਬੱਚੇ ਪਾਲ ਰਹੇ ਆ, ਆਪਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਵੀ ਆਪਣੀਆਂ ਉਹ ਜ਼ਿੰਮੇਵਾਰੀਆਂ ਨਿਭਾਉਂਦੇ ਪਏ ਆ। ਦੂਸਰਾ ਉਹ ਆਪਣੇ ਸਮਾਜ ਦੇ ਲਈ ਇੰਨੇ ਚਿੰਤਤ ਆ ਵੀ ਉਹ ਦਿਨ ਰਾਤ ਇੱਕ ਕਰਦੇ ਪਏ ਆ ਔਰ ਮੈਂ ਉਹਨਾਂ ਬੱਚਿਆਂ ਨੂੰ ਸਲੂਟ ਕਰਦੀ ਹਾਂ। ਮੈਂ ਕਹਿੰਦੀ ਘਰ ਘਰ ਇਹੋ ਜਿਹੇ ਪੁੱਤਰ ਜੰਮਣ ਜਿਹੜੇ ਆਪਣੇ ਸਮਾਜ ਨੂੰ ਆਪਣੀ ਜਿੰਦ ਜਾਨ ਸਮਝਦੇ ਆ ਅਤੇ ਆਪਣਾ ਸਭ ਕੁਝ ਨਿਸ਼ਾਵਰ ਕਰ ਦਿੰਦੇ ਆ। ਅਤੇ ਆਹ ਜਿਹੜੀ ਸਾਡੀ ਪਨੀਰੀ ਹੈ ਇੱਥੇ ਬੈਠੀ ਅੱਜ ਅਤੇ ਕੱਲ੍ਹ ਨੂੰ ਇਹ ਵੀ ਇਹੀ ਕੰਮ ਕਰੂਗੀ। ਮੈਨੂੰ ਉਮੀਦ ਆ ਵੀ ਲਾਇਬ੍ਰੇਰੀ ਦੇ ਵਿੱਚੋਂ ਸਿੱਖ ਕੇ ਇਹ ਵੀ ਉਹੀ ਚੀਜ਼ ਬਣ ਕੇ ਅਤੇ ਜਿੰਨੇ ਮੈਂਬਰ ਆਏ ਆ ਮੈਂ ਸਾਰਿਆਂ ਦਾ ਨਾਮ ਤਾਂ ਨਹੀਂ ਜਾਣਦੀ ਹੈਗੀ। ਮੇਰੀਆਂ ਬੇਟੀਆਂ ਵੀ ਹੈ, ਮੇਰੇ ਬਰਾਬਰ ਦੇ ਵੀ ਬੈਠੇ ਆ, ਭੈਣ ਜੀ ਆਸ਼ਾ ਰਾਣੀ ਜੀ। ਅਤੇ ਬਹੁਤ ਬਹੁਤ ਧੰਨਵਾਦ ਸਾਡੀ ਬੇਟੀ ਪ੍ਰਿਆ ਮੰਗਾ। ਇਹਦਾ ਤਾਂ ਕੀ ਕਹਿਣਾ ਹੈ ਨਾ। ਅਤੇ ਸਾਡੇ ਜਿੰਨੇ ਪਿੰਡ ਦੇ ਵਿੱਚ ਮੇਰੀਆਂ ਭੈਣਾਂ ਆਈਆਂ ਜਿਨ੍ਹਾਂ ਨੇ ਆਪਣਾ ਸਮਾਂ ਕੱਢਿਆ, ਮੇਰੇ ਭਰਾ, ਸਾਡੇ ਬੱਚੇ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਹਨਾਂ ਦੇ ਵਿਚਾਰ ਸੁਣੇ ਆ। ਅਤੇ ਹੋ ਸਕਦਾ ਹੁਣ ਇੱਕ ਜਿਹੜੀ ਮਾਂ ਹੁੰਦੀ ਆ, ਸਿਆਣਿਆਂ ਨੇ ਵੀ ਕਿਹਾ ਵੀ ਇੱਕ ਜਿਹੜੀ ਮਾਂ ਆ ਨਾ ਉਹ ਆਪਣੇ ਪੁੱਤ ਨੂੰ ਚੋਰ ਵੀ ਬਣਾ ਸਕਦੀ, ਡਾਕੂ ਵੀ ਬਣਾ ਸਕਦੀ, ਸਾਧ ਵੀ ਬਣਾ ਸਕਦੀ ਔਰ ਵਿਦਵਾਨ ਵੀ ਬਣਾ ਸਕਦੀ ਆ। ਇਹ ਮਾਂ ਦਾ ਯੋਗਦਾਨ ਹੁੰਦਾ ਆ ਘਰ ਦੇ ਵਿੱਚ। ਇਸ ਕਰਕੇ ਆਪਣੇ ਬੱਚਿਆਂ ਨੂੰ ਹਮੇਸ਼ਾ ਹੀ ਜਿਸ ਘਰ ਦੇ ਵਿੱਚ ਬਾਬਾ ਸਾਹਿਬ ਦੀ ਗੱਲ ਹੋਊਗੀ ਨਾ ਉਸ ਘਰ ਦੇ ਵਿੱਚ ਹਮੇਸ਼ਾ ਹੀ ਆਗਿਆਕਾਰੀ ਪੁੱਤਰ ਪੈਦਾ ਹੋਣਗੇ ਔਰ ਆਗਿਆਕਾਰੀ ਧੀਆਂ ਪੈਦਾ ਹੋਣਗੀਆਂ। ਜਿੱਥੇ ਬਾਬਾ ਸਾਹਿਬ ਦੀ ਗੱਲ ਨਹੀਂ ਹੋਊਗੀ ਉੱਥੇ ਨਸ਼ਾ ਹੋਊਗਾ, ਲੜਾਈ ਝਗੜੇ ਹੋਣਗੇ, ਕੁੱਟਮਾਰ ਹੋਊਗੀ। ਇਸ ਕਰਕੇ ਜਿੰਨੇ ਵੀ ਬੈਠੇ ਅੱਜ ਮੈਂ ਸਾਰਿਆਂ ਨੂੰ ਕੋਈ ਅਪੀਲ ਕਰਦੀ ਹਾਂ ਵੀ ਤੁਸੀਂ ਵੱਧ ਤੋਂ ਵੱਧ ਬਾਬਾ ਸਾਹਿਬ ਨੂੰ ਆਪਣੇ ਬੱਚਿਆਂ ਬਾਰੇ ਦੱਸੋ ਅਤੇ ਬਾਬਾ ਸਾਹਿਬ ਨੇ ਸਾਡੇ ਲਈ ਕੀਤਾ, ਸਾਧ ਕਾਂਸ਼ੀ ਰਾਮ ਜੀ ਨੇ ਸਾਡੇ ਲਈ ਕੀ ਕੀਤਾ, ਜੋਤੀਬਾ ਫੂਲੇ ਜੀ ਨੇ ਪੇਰੀਅਰ, ਮਤਲਬ ਸਾਡੇ ਇੰਨੇ ਗ੍ਰੈਵਰ ਆ ਵੀ ਉਹਨਾਂ ਦਾ ਨਾਮ ਵੀ ਸਾਡੀ ਜ਼ੁਬਾਨ 'ਤੇ ਨਹੀਂ ਆਉਂਦਾ ਹੈਗਾ ਔਰ ਉਹਨਾਂ ਦੇ ਅਸੀਂ ਰੀਣੀ ਆ ਜਿਹੜਾ ਅੱਜ ਉਹਨਾਂ ਦੀ ਬਦੌਲਤ ਅਸੀਂ ਆਪਣੇ ਬੱਚਿਆਂ ਨੂੰ ਵੀ ਸਿੱਖਿਆ ਦੇ ਰਹੇ ਹਾਂ। ਅਸੀਂ ਵੀ ਕੁਛ ਬੋਲਣ ਦੀ ਹਿੰਮਤ ਕਰਦੇ ਹਾਂ। ਇਹ ਉਹਨਾਂ ਦੀ ਗੁੜਤੀ ਦਿੱਤਿਓ ਆ ਜਿਹੜਾ ਅੱਜ ਅਸੀਂ ਸਟੇਜਾਂ 'ਤੇ ਬੋਲ ਸਕਦੇ ਹਾਂ। ਇੱਕ ਵਾਰੀ ਫਿਰ ਮੈਂ ਸਾਰਿਆਂ ਨੂੰ ਜੈ ਭੀਮ, ਜੈ ਭਾਰਤ। ਆਪਣੀ ਬੇਟੀ 'ਤੇ ਮੈਨੂੰ ਬਹੁਤ ਪ੍ਰਾਊਡ ਆ ਵੀ ਜੇ ਉਹਨੇ ਸਿੱਖਿਆ ਹਾਸਲ ਕੀਤੀ ਆ ਤਾਂ ਉਹ ਬਾਬਾ ਸਾਹਿਬ ਦਾ ਕੁਛ ਰਿਣਾ ਅਦਾ ਕਰ ਰਹੀ ਆ ਅਤੇ ਅਸੀਂ ਉਹਦੇ ਨਾਲ ਆ। ਜਿੱਥੇ ਤੱਕ ਉਹ ਸਾਡੀ ਉਹਨੂੰ ਲੋੜ ਆ ਅਸੀਂ ਉਹਦੇ ਬਰਾਬਰ ਖੜ੍ਹੇ ਹਾਂ। ਅਤੇ ਬਾਕੀ ਮਾਰਕ ਐਜੂਕੇਸ਼ਨ ਤਾਂ ਹੈ ਹੀ ਹੈ, ਉਹਦੇ ਨਾਲ ਜਿੱਥੇ ਸਾਡੀ ਲੋੜ ਹੋਊਗੀ ਅਸੀਂ ਉਹਦੇ ਨਾਲ ਖੜ੍ਹੇ ਹਾਂ। ਇੰਨਾ ਕਹਿੰਦੀ ਜੈ ਭੀਮ, ਜੈ ਭਾਰਤ। ਜੈ ਸੰਵਿਧਾਨ। ਥੋੜਾ ਸੈਂਟਰ 'ਚ ਆਵੇ। ਚਾਹੂੰਗੀ ਵੀ ਮੈਨੂੰ ਹੁਣ ਇੱਕ ਦੋ ਪ੍ਰੋਗਰਾਮ ਧਾਰਮਿਕ ਆਏ ਤੇ ਕਹਿੰਦੇ ਬਾਬੇ ਨੇ ਭੂਆ ਤੂੰ ਕਿੰਨੇ ਵਜੇ ਮੱਥਾ ਟੇਕਣ ਜਾਣਾ ਆ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਜੇ ਕੋਈ 32 ਡਿਗਰੀਆਂ ਵਾਲਾ ਦੇ ਮੁਕਾਬਲੇ 'ਚ ਕੋਈ ਬਾਬਾ ਹੈਗਾ ਤਾਂ ਮੈਂ ਮੱਥਾ ਟੇਕੂੰਗੀ, ਨਹੀਂ ਤਾਂ ਮੈਂ ਕਿਤੇ ਮੱਥਾ ਟੇਕਣਾ ਪਸੰਦ ਨਹੀਂ ਕਰਦੀ। ਔਰ ਬਾਬਾ ਸਾਹਿਬ ਤੋਂ ਵੱਡੇ ਬਾਬਾ ਕੋਈ ਮੈਂ ਅੱਜ ਤੱਕ ਦੁਨੀਆ 'ਤੇ ਦੇਖਿਆ ਨਹੀਂ ਔਰ ਮੈਨੂੰ ਵੀ ਪ੍ਰਾਊਡ ਆ ਕਿ ਮੈਂ ਬਾਬਾ ਸਾਹਿਬ ਦੀ ਧੀ ਹਾਂ। ਜੈ ਭੀਮ, ਜੈ ਭਾਰਤ। ਮੇਰੀਆਂ ਬੀਬੀਆਂ ਭੈਣਾਂ ਦੋ ਚਾਰ ਇਕੱਠੀਆਂ ਹੋਣ, ਨਹੀਂ ਫਲਾਨੀ ਦੀ ਨੋ ਇਦਾਂ ਨਹੀਂ ਟਮਕਾਨੀ ਦੀ ਕੁੜੀ ਉਹ ਨਹੀਂ ਇਹ ਨਹੀਂ ਉਹ। ਮੇਰੀ ਉਹ ਭੈਣੋ ਕਦੀ ਬੈਠ ਕੇ ਬਾਬਾ ਸਾਹਿਬ ਜੀ ਦੇ ਵਿਚਾਰਧਾਰਾ ਤੇ ਵਿਚਾਰ ਚਰਚਾ ਜ਼ਰੂਰ ਕਰਿਆ ਕਰੋ। ਮੈਂ ਇੱਕ ਤੁਹਾਨੂੰ ਲੇਡੀ ਦੀ ਗੱਲ ਦੱਸਦੀ। ਅਸੀਂ ਆਪਣੇ ਨਾ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਪ੍ਰੋਗਰਾਮ ਕਰਵਾਉਣ ਬਾਰੇ ਸੋਚ ਰਹੇ ਸੀ ਅਤੇ ਅਸੀਂ ਗ੍ਰਾਹੀ ਇਕੱਠੀ ਕਰਨ ਚਲੇ ਗਏ। ਮੈਂ ਲੇਡੀਜ਼ ਦੀ ਗੱਲ ਤੁਹਾਨੂੰ ਦੱਸਦੀ ਹਾਂ। ਅਸੀਂ ਗ੍ਰਾਹੀ ਇਕੱਠੀ ਕਰਨ ਜਦੋਂ ਗਏ ਅਤੇ ਅਸੀਂ ਪੁੱਛਿਆ, ਅਸੀਂ ਕਿਹਾ ਵੀ ਆਂਟੀ ਜੀ ਵੀ ਸਾਨੂੰ ਗ੍ਰਾਹੀ ਦਿਓ, ਅਸੀਂ ਬਾਬਾ ਸਾਹਿਬ ਦਾ ਜਿਹੜਾ ਆ ਜਨਮ ਦਿਹਾੜਾ ਮਨਾਉਣਾ ਆ। ਅਤੇ ਆਂਟੀ ਨੇ ਜਿਹੜਾ ਜਵਾਬ ਦਿੱਤਾ ਬਹੁਤ ਹਾਸਾ ਆਇਆ ਸਾਨੂੰ ਸੁਣ ਕੇ। ਆਂਟੀ ਕਹਿੰਦੀ ਪੁੱਤ ਇਹ ਜਿਹੜਾ ਡਾਕਟਰ ਆ, ਇਹ ਜਿਹੜਾ ਬਾਬਾ ਹੈ ਇਹ ਕਿਹੜੇ ਹੱਡੀਆਂ ਦਾ ਆ, ਇਹ ਕਿਹੜੇ ਰੋਗਾਂ ਦਾ ਡਾਕਟਰ ਆ। ਮੈਨੂੰ ਹੈਰਾਨੀ ਹੋਈ ਕਿ ਸਾਡੇ ਸਮਾਜ ਦੀ ਇੱਕ ਔਰਤ ਜਿਹਨੂੰ ਪਤਾ ਹੀ ਨਹੀਂ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਹੈ ਕੌਣ। ਮੈਂ ਉਹਨੂੰ ਜਵਾਬ ਦਿੱਤਾ, ਮੈਂ ਕਿਹਾ ਆਂਟੀ ਜੀ ਇੱਧਰ ਦੋ ਬੰਦੇ ਬੈਠੇ ਆ ਨਾ, ਇੱਧਰ ਤੁਸੀਂ ਇਕੱਲੇ ਬੈਠੇ ਆ। ਮੈਂ ਕਿਹਾ ਤੁਹਾਨੂੰ ਮਰਦਾਂ ਦੇ ਇੱਕ
ਇੰਨੇ ਬੱਚੇ ਬੈਠੇ, ਇਹਨਾਂ ਦੇ ਵਿੱਚੋਂ ਇੱਕ ਵੀ ਬੱਚਾ ਜਿਹੜਾ ਜੇ ਬਿਮਾਰ ਹੋ ਜਾਵੇ ਨਾ, ਅਸੀਂ ਦੌੜ ਕੇ ਜਾਵਾਂਗੇ ਹਸਪਤਾਲ। ਪ੍ਰਮਾਤਮਾ ਇਦਾਂ ਦਾ ਕਦੇ ਸਮਾਂ ਕਿਸੇ ਤੇ ਲੈ ਕੇ ਨਾ ਵੀ, ਲੇਕਿਨ ਜੇ ਕਿਸੇ ਦੀ ਕੁਆਰੀ ਧੀ ਜਿਹੜੀ ਆ ਉਹਦੀ ਮੌਤ ਹੋ ਜਾਵੇ ਤਾਂ ਅਸੀਂ ਉਹਦੇ ਜਿਹੜਾ ਆ ਉਹਨੂੰ ਬੋਟੀ ਬਣਾ ਕੇ ਅਸੀਂ ਸਿਵਿਆਂ ਤੱਕ ਲੈ ਕੇ ਜਾਵਾਂਗੇ। ਜੇ ਇੱਕ ਕੁਆਰਾ ਪੁੱਤਰ ਜਿਹਦੀ ਕਿਸੇ ਦੀ ਮੌਤ ਹੋ ਜਾਵੇ, ਉਹਨੂੰ ਜਿਹੜਾ ਆ ਅਸੀਂ ਸਿਵਿਆਂ ਤੱਕ ਲਾੜਾ ਬਣਾ ਕੇ ਉਹਦੇ ਸਿਹਰਾ ਲਾ ਕੇ ਲੈ ਕੇ ਜਾਵਾਂਗੇ। ਲੇਕਿਨ ਧੰਨ ਸੀ ਉਹ ਮਾਂ, ਧੰਨ ਸੀ ਉਹ ਬਾਪ ਜਿਨ੍ਹਾਂ ਨੂੰ ਆਪਣੇ ਬੱਚਿਆਂ ਲਈ ਕੱਫਣ ਤੱਕ ਨਹੀਂ ਜੁੜੇ। ਤੇ ਫਿਰ ਵੀ ਅਸੀਂ ਜੇ ਉਹਨਾਂ ਦਾ ਦੇਣ ਨਹੀਂ ਦੇ ਸਕੇ, ਮੈਂ ਕਹਿੰਦੀ ਲੱਖ ਲਾਹਨਤ ਆ ਸਾਡੇ ਉੱਤੇ। ਮੇਰੇ ਸਮਾਜ ਦੇ ਲੋਕੋ, ਬਾਬਿਆਂ ਦੇ ਕੋਲ ਜਿਹੜਾ ਆ ਪਖੰਡੀਆਂ ਦੇ ਕੋਲੋਂ ਜਾਣਾ, ਕਿਉਂਕਿ ਜਿਹੜੇ ਲੋਕਾਂ ਨੇ ਬਣਾਏ ਆ ਉਹ ਆਪ ਤਾਂ ਕਰਦੇ ਨਹੀਂ, ਲੇਕਿਨ ਉਹਨਾਂ ਨੇ ਸਾਡੇ ਲੋਕਾਂ ਦੇ ਉੱਤੇ ਥੋਪੇ। ਅੱਜ ਮੈਂ ਬੀਬੀਆਂ ਭੈਣਾਂ ਦੀ ਗੱਲ ਕਰੂੰਗੀ, ਜੇ ਘਰ ਤੋਂ ਨਿਕਲਣਾ ਹੋਵੇ, ਪੌਣੇ 12 ਵਜੇ ਹੁੰਦੇ ਨਾ, ਮੇਰੀਆਂ ਭੈਣਾਂ ਕਹਿੰਦੀਆਂ ਕਿ ਕੌਣ ਪਈ ਆ, ਅਸੀਂ ਨਹੀਂ ਜਾਣਾ, ਐਤਵਾਰ ਨੂੰ ਕੱਪੜੇ ਨਹੀਂ ਧੋਣੇ, ਵੀਰਵਾਰ ਨੂੰ ਸਿਰ ਨਹੀਂ ਧੋਣਾ। ਇਹ ਸਾਰੇ ਜਿਹੜੇ ਦਿਨ ਤਿਉਹਾਰ ਆ ਜਿਨ੍ਹਾਂ ਨੇ ਬਣਾਏ ਉਹ ਤਾਂ ਕਰਦੇ ਹੀ ਨਹੀਂ। ਸਾਡੇ ਲੋਕਾਂ ਨੂੰ ਪੁੱਛ ਲਓ ਬਾਬਾ ਸਾਹਿਬ ਦਾ ਜਨਮ ਕਦੋਂ ਹੋਇਆ, ਗੁਰਦਾਸ ਮਹਾਰਾਜ ਦਾ, ਛਤਰਪਤੀ ਸ਼ਾਹੂ ਜੀ ਮਹਾਰਾਜ, ਸਾਵਿਤਰੀਬਾਈ ਫੁਲੇ ਜੀ, ਇਹਨਾਂ ਨੂੰ ਪਤਾ ਨਹੀਂ ਹੋਣਾ। ਤੇ ਰਮਾਇਣ, ਗੀਤਾ, ਭਗਵਤ, ਉਹਦੇ ਬਾਰੇ ਸਾਨੂੰ ਸਾਰਿਆਂ ਨੂੰ ਸਟੋਰੀ ਪਤਾ ਆ। ਸੋ ਅਖੀਰ ਦੇ ਵਿੱਚ ਤਾਂ ਮੈਂ ਜਿਹੜਾ ਆ, ਕਿਉਂਕਿ ਅਸੀਂ ਜਿੰਨਾ ਕਰ ਸਕਦੇ ਆਪਣੀ ਟੀਮ ਵੱਲੋਂ ਅਸੀਂ ਕੀਤਾ। ਮੈਂ ਇਸ ਨਗਰ ਦੇ ਵਿੱਚ ਜਿਹੜੇ ਵੀ ਅਹੁਦੇਦਾਰ ਆ, ਭਾਜੀ ਤੁਸੀਂ ਆਜੋ ਸਾਰੇ, ਕਿਉਂਕਿ ਅਸੀਂ ਆਪਣੇ ਜਿਹੜੇ ਸਾਡੇ ਬੱਚੇ ਇਹਨਾਂ ਨੂੰ ਬਾਬਾ ਸਾਹਿਬ ਦੀ ਜਿਹੜੀਆਂ ਕਾਪੀ ਸੰਗਤੀ Thank you. ठीक है। हाँ जी, पीछे आओ थोड़ा। जय भीम जय भारत। अज पावर इन एजुकेशन इंटरनेशनल ऑर्गेनाइजेशन रजिस्टर्ड इन USA ਦੀ ਸਾਡੀ ਪੂਰੀ ਜਿਹੜੀ ਟੀਮ ਆ, ਸਾਡੀ ਟੀਮ ਦਾ ਲੇਡੀ ਵਿੰਗਸ ਆ। ਅੱਜ ਸਾਡੀ ਟੀਮ ਮੈਂਬਰ ਰਿਧੀ ਬੰਗਾ ਇਹਨਾਂ ਦੇ ਪਿੰਡ ਕੋਟ ਕਲਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਜੀ ਦੇ ਨਾਮ ਤੇ ਉਹਨਾਂ ਦੇ ਮਿਸ਼ਨ ਨੂੰ ਸਮਰਪਿਤ ਇੱਕ ਜਿਹੜੀ ਲਾਇਬ੍ਰੇਰੀ ਇਹਨਾਂ ਨੇ ਓਪਨ ਕੀਤੀ ਆ। ਔਰ ਅੱਜ ਸਾਡੀ ਟੀਮ ਦੇ ਵੱਲੋਂ ਇਸ ਪਿੰਡ ਦੇ ਵਿੱਚ ਇਹਨਾਂ ਦੇ ਨਗਰ ਦੇ ਵਿੱਚ ਇੱਕ ਬਹੁਤ ਅੱਛਾ ਜਿਹੜਾ ਉਪਰਾਲਾ ਕੀਤਾ ਗਿਆ। ਔਰ ਸਾਡੀ ਟੀਮ ਦੇ ਜਿਹੜੇ ਮੈਂਬਰਸ ਆ, ਲੱਕੀ ਬੋਲ ਭਾਜੀ ਹੁਣੀ, ਹਰਪ੍ਰੀਤ ਬੋਲ ਭਾਜੀ ਹੁਣੀ, ਜਿਹੜੇ USA ਦੇ ਵਿੱਚ ਬਾਹਰ ਵਿਦੇਸ਼ਾਂ ਦੀ ਧਰਤੀ ਤੇ ਰਹਿ ਕੇ ਬਾਬਾ ਸਾਹਿਬ ਜੀ ਦੇ ਮਿਸ਼ਨ ਦੇ ਨਾਲ ਤਤਪਰ ਆ। ਔਰ ਉਹਨਾਂ ਨੇ ਬਾਬਾ ਸਾਹਿਬ ਜੀ ਦੇ ਵੋਲੀਅਮਸ ਆ, ਜਿਹੜੇ 21 ਵੋਲੀਅਮਸ ਆ, ਉਹ ਸਾਰੇ ਲਾਇਬ੍ਰੇਰੀ ਨੂੰ ਭੇਂਟ ਕੀਤੇ ਆ। ਬੱਚਿਆਂ ਨੂੰ ਜਿਹੜਾ ਸਟੇਸ਼ਨਰੀ ਦਾ ਸਮਾਨ ਦਿੱਤਾ ਆ। ਔਰ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਕੋਟ ਕਲਾਂ ਦੀ ਪੂਰੀ ਟੀਮ ਦਾ, ਇਸ ਨਗਰ ਦੀ ਸਮੂਹ ਸਾਧ ਸੰਗਤ ਦਾ, ਜਿਨ੍ਹਾਂ ਨੇ ਅੱਜ ਦਾ ਇਹ ਬਹੁਤ ਵਧੀਆ ਉਪਰਾਲਾ ਕੀਤਾ। ਤੇ ਪਾਵਰ ਇਨ ਐਜੂਕੇਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਗਰੁੱਪ ਦੇ ਨਾਲ ਇਹ ਸਾਡੇ ਜੁੜੇ ਆ, ਕਿਉਂਕਿ ਰਿਧੀ ਬੰਗਾ ਜੀ ਉਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਸਾਡੀਆਂ ਭੈਣਾਂ ਆ ਜਿਨ੍ਹਾਂ ਨੇ ਅੱਜ ਇੱਥੇ ਕਸਮਾਂ ਖਾਧੀਆਂ ਆ ਬਾਬਾ ਸਾਹਿਬ ਜੀ ਦੇ ਮਿਸ਼ਨ ਦੇ ਉੱਤੇ ਪਹਿਰਾ ਦੇਣ ਦਾ। ਸੋ ਮੈਂ ਇਸ ਬੱਚੀ ਨੂੰ, ਇਸ ਸਾਡੀ ਐਡਵੋਕੇਟ ਧੀ ਰਾਣੀ ਨੂੰ, ਰਿਧੀ ਬੰਗਾ ਨੂੰ ਔਰ ਇਹਨਾਂ ਦੇ ਪੇਰੈਂਟਸ ਨੂੰ, ਇਹਨਾਂ ਦੀ ਪੂਰੀ ਫੈਮਿਲੀ ਨੂੰ, ਇਹਨਾਂ ਦੇ ਪੂਰੇ ਨਗਰ ਨੂੰ ਬਹੁਤ ਬਹੁਤ ਮੁਬਾਰਕਾਂ ਦਊਂਗੀ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਇਹਨਾਂ ਦੇ ਸਹਿਯੋਗ ਦੇ ਨਾਲ ਨੇਪਰੇ ਚੜਿਆ। ਔਰ ਖਾਸ ਧੰਨਵਾਦ ਮੈਂ BBC ਇੰਟਰਨੈਸ਼ਨਲ ਰੇਡੀਓ ਤੇ ਏਕਤਾ TV ਸਾਡੀ ਮੀਡੀਆ ਚੈਨਲਸ ਆ, ਔਰ ਮੇਰੀ ਪੂਰੀ ਲੇਡੀ ਵਿੰਗਸ ਦੀ ਟੀਮ ਆ, ਕਿਉਂਕਿ ਜਿਵੇਂ ਇਕੱਲੇ ਦਾ ਨਾਮ ਲੈਣ
ਬੋਲਣ ਲੱਗੀ ਤਾਂ ਸਮਾਂ ਬਹੁਤ ਜ਼ਿਆਦਾ ਹੋ ਜਾਣਾ ਆ। ਸਾਰੀਆਂ ਮੇਰੀਆਂ ਭੈਣਾਂ ਦਾ, ਸਾਰੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਅੱਜ ਪਿੰਡ ਕੋਟ ਕਲਾਂ ਦੇ ਵਿੱਚ ਡਾਕਟਰ BR ਅੰਬੇਡਕਰ ਲਾਇਬ੍ਰੇਰੀ ਨੂੰ ਸਪੋਰਟ ਕਰਨ ਵਾਸਤੇ ਪਾਵਰ ਇਨ ਐਜੂਕੇਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਔਰ ਇਸ ਆਰਗੇਨਾਈਜੇਸ਼ਨ ਦੇ ਵੂਮਨ ਸੈੱਲ ਦੇ ਸਾਰੇ ਮੈਂਬਰਸ ਸਾਡੀ ਲਾਇਬ੍ਰੇਰੀ ਨੂੰ ਸਪੋਰਟ ਕਰਨ ਪਹੁੰਚੇ ਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਇਸ ਆਰਗੇਨਾਈਜੇਸ਼ਨ ਨੂੰ ਚਲਾਉਣ ਵਾਲੇ ਹਰਪ੍ਰੀਤ ਸੁਮਨ ਭਾਜੀ USA ਤੋਂ ਔਰ ਲੱਕੀ ਪੌਲ ਭਾਜੀ ਕੁਵੈਤ ਤੋਂ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਡੀ ਲਾਇਬ੍ਰੇਰੀ ਵਿੱਚ ਆਉਣ ਵਾਲੇ ਬੱਚਿਆਂ ਨੂੰ ਕੁਝ ਸਟੇਸ਼ਨਰੀ ਔਰ ਲਾਇਬ੍ਰੇਰੀ ਵਾਸਤੇ ਕੁਝ ਬੁੱਕਸ ਜਿਹੜੀਆਂ ਆ ਉਹ ਦਾਨ ਕੀਤੀਆਂ ਨੇ। ਅਸੀਂ ਉਹਨਾਂ ਦੇ ਇਸ ਕੰਮ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਔਰ ਉਹਨਾਂ ਦਾ ਥੈਂਕਸ ਕਰਦੇ ਹਾਂ ਕਿ ਉਹ ਐਜੂਕੇਸ਼ਨ ਦੀ ਫੀਲਡ ਦੇ ਵਿੱਚ ਜਿਹੜਾ ਉਹ ਕੰਮ ਕਰ ਰਹੇ ਆ, ਕਿਉਂਕਿ ਸਾਡੇ ਸਮਾਜ ਨੂੰ ਐਜੂਕੇਸ਼ਨ ਦੀ ਫੀਲਡ ਵਿੱਚ ਜਾਣ ਦੀ ਬਹੁਤ ਜ਼ਰੂਰਤ ਆ। ਔਰ ਮੈਂ ਉਮੀਦ ਕਰਦੀ ਹਾਂ ਕਿ ਇੱਦਾਂ ਹੀ ਹਰ ਪਿੰਡ ਦੇ ਵਿੱਚ ਲਾਇਬ੍ਰੇਰੀ ਖੁੱਲ੍ਹੇ ਔਰ ਲੋਕੀ ਬੱਚਿਆਂ ਨੂੰ ਔਰ ਵੱਡੇ ਬਜ਼ੁਰਗ ਵੀ ਲਾਇਬ੍ਰੇਰੀਆਂ ਦੇ ਵਿੱਚ ਜਾਣ, ਆਪਣੇ ਰਹਿਬਰਾਂ ਦੇ ਮਿਸ਼ਨ ਦੇ ਬਾਰੇ ਜਾਣਨ ਔਰ ਉਹਨਾਂ ਦਾ ਆਪਣਾ ਇਤਿਹਾਸ, ਜਿਹੜਾ ਸਾਡਾ ਆਪਣਾ ਇਤਿਹਾਸ ਆ, ਉਹਦੇ ਬਾਰੇ ਜਾਣੂ ਹੋਣ। ਸੋ ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਭੀਮ, ਜੈ ਭਾਰਤ, ਨਮੋ ਬੁਦਾਏ, ਜੈ ਸੰਵਿਧਾਨ, ਜੈ ਸਾਹਿਬ ਸ਼੍ਰੀ ਕਾਂਸ਼ੀ ਰਾਮ। ਸਭ ਤੋਂ ਪਹਿਲਾਂ ਇੱਕ ਕੋਟੇਸ਼ਨ ਤੋਂ ਸ਼ੁਰੂ ਕਰੂੰਗੀ ਕਿ ਕਹਿੰਦੇ ਕਿ ਇੱਕ ਮੱਛੀ ਨੂੰ ਸਿਰਫ ਜਦੋਂ ਤੁਸੀਂ ਕਿਸੇ ਨੂੰ ਖਾਣ ਨੂੰ ਦਿੰਦੇ ਆ ਤਾਂ ਸਿਰਫ ਉਹ ਖਾ ਲੈਂਦਾ, ਸਿਰਫ ਇੱਕ ਦਿਨ ਤੱਕ ਉਹ ਖਾ ਸਕਦਾ, ਪਰ ਜਦੋਂ ਅਸੀਂ ਉਸ ਨੂੰ ਜਿਹੜਾ ਪੂਰੇ ਲਾਈਫ ਟਾਈਮ ਲਈ ਸਿਖਾਇਆ ਜਾਵੇ ਕਿ ਉਹਨੂੰ ਫੜਨਾ ਕਿੱਦਾਂ ਹੈ ਤਾਂ ਉਹ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਉਹਦੀ ਪੂਰੀ ਜ਼ਿੰਦਗੀ ਦਾ ਰੋਜ਼ਗਾਰ ਬਣ ਸਕਦਾ ਤੇ ਉਹ ਖਾ ਸਕਦਾ। ਤੇ ਅਸੀਂ ਉਹ ਕਿੱਦਾਂ ਸਿੱਖਣਾ ਹੈ, ਅਸੀਂ ਆਪਣੀ ਲਾਈਫ ਦੇ ਵਿੱਚ ਕਿੱਦਾਂ ਉਹਨਾਂ ਚੀਜ਼ਾਂ ਨੂੰ ਅਪਣਾਉਣਾ, ਉਹ ਸਾਨੂੰ ਸਿਰਫ ਇੱਕ ਐਜੂਕੇਸ਼ਨ ਹੀ ਦੱਸ ਸਕਦੀ ਹੈ। ਸੋ ਐਜੂਕੇਸ਼ਨ ਦੇ ਜਿਹੜੇ ਪਰਪਸ ਨੂੰ ਅੱਗੇ ਲੈ ਕੇ ਜਾਣ ਦੇ ਲਈ ਅਸੀਂ ਪਿੰਡ ਕੋਟ ਕਲਾਂ ਦੇ ਵਿੱਚ ਪਹੁੰਚੇ ਅੱਜ, ਤੇ ਅਸੀਂ ਜਿਹੜੀਆਂ ਹੈਗੀਆਂ ਬਾਬਾ ਸਾਹਿਬ ਜੀ ਦੇ ਵੋਲਿਊਮ ਆ ਜਿਹੜੇ ਉਹ ਰਿਧੀ ਬੰਗਾ ਜੀ ਉਹਨਾਂ ਨੇ ਲਾਇਬ੍ਰੇਰੀ ਜਿਹੜੀ ਖੋਲੀ ਹੈ ਉਹਨਾਂ ਨੂੰ ਅਸੀਂ ਪ੍ਰਦਾਨ ਕੀਤੇ ਨੇ ਆਪਣੀ ਪਾਵਰ ਇਨ ਐਜੂਕੇਸ਼ਨ ਸੰਸਥਾ ਵੱਲੋਂ। ਤੇ ਜਿਹੜੀ ਇੱਕ ਕਹਿੰਦੇ ਕਿ ਕ੍ਰਾਂਤੀ ਲੈ ਕੇ ਆਉਣੀ ਸਮਾਜ ਦੇ ਵਿੱਚ, ਚਾਹੇ ਉਹ ਸਮਾਜਿਕ ਹੋਵੇ ਚਾਹੇ ਉਹ ਰਾਜਨੀਤਿਕ ਹੋਵੇ, ਉਹ ਕਿਸੇ ਵੀ ਪੱਧਰ ਦੀ ਕ੍ਰਾਂਤੀ ਹੋਵੇ, ਉਹ ਤੁਸੀਂ ਵਿੱਦਿਆ ਤੋਂ ਬਿਨਾਂ ਨਹੀਂ ਲੈ ਸਕਦੇ। ਤੇ ਵਿੱਦਿਆ ਜਿਹੜੀ ਅਸੀਂ ਕਿੱਦਾਂ ਦੀ ਲੈਣੀ ਆ ਇਹ ਮੈਨੂੰ ਦੱਸਣ ਦੀ ਲੋੜ ਨਹੀਂ, ਕਿਉਂਕਿ ਸਾਡੇ ਜਿਹੜੇ ਬਹੁਤ ਹੀ ਪ੍ਰਸਿੱਧ ਜਿਹੜੇ ਸਾਡੇ ਸਮਾਜ ਦੇ ਕਵੀ ਨੇ ਉਹਨਾਂ ਨੇ ਲਿਖਿਆ, ਸੋਹਣ ਸਹਿਜਲ ਜੀ ਨੇ, ਕਿ ਮਾਏ ਮੈਂ ਤਾਂ ਉਹ ਪੜ੍ਹਨੀ ਜਿਹੜੀ ਪੜ੍ਹੀ ਆ ਪੜ੍ਹਾਈ ਬਾਬਾ ਸਾਹਿਬ ਨੇ, ਮਾਏ ਮੈਂ ਤਾਂ ਉਹ ਕਰਨੀ ਜਿਹੜੀ ਕੀਤੀ ਆ ਕਮਾਈ ਬਾਬਾ ਸਾਹਿਬ ਨੇ। ਸੋ ਆਓ ਅਸੀਂ ਅੱਜ ਦੇ ਇਸ ਦਿਨ ਦੇ ਉੱਤੇ ਪ੍ਰਣ ਕਰੀਏ ਕਿ ਅਸੀਂ ਉਹੀ ਕਮਾਈ ਕਰਨੀ, ਅਸੀਂ ਉਹੀ ਪੜ੍ਹਾਈ ਕਰਨੀ ਹੈ ਜਿਹੜੇ ਸਾਡੇ ਰਹਿਬਰਾਂ ਨੇ ਸਾਨੂੰ ਅੱਜ ਤੋਂ ਸਦੀਆਂ ਪਹਿਲਾਂ, ਕਈ ਸਾਲ ਪਹਿਲਾਂ ਜਿਹੜਾ ਸਾਨੂੰ ਦੱਸ ਦਿੱਤਾ। ਸੋ ਇਹਨਾਂ ਗੱਲਾਂ ਦੇ ਨਾਲ ਪੂਰੀ ਟੀਮ ਵੱਲੋਂ, ਪਾਵਰ ਇਨ ਐਜੂਕੇਸ਼ਨ ਵੱਲੋਂ ਰਿਧੀ ਬੰਗਾ ਜੀ ਹੁਣਾਂ ਦਾ ਤੇ ਉਹਨਾਂ ਦੇ ਪੂਰੇ ਪਿੰਡ ਨਿਵਾਸੀਆਂ ਦਾ, ਉਹਨਾਂ ਦੇ ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਜੈ ਭੀਮ, ਜੈ ਭਾਰਤ।